अच्छा बेटे अज प्रॉब्लम्स करांगे लॉग दे रिलेटेड है ना, ਉਹਦੀ डोमेन ਦੇ रिलेटेड ਉਹਦੀਆਂ ਇਨਇਕੁਐਲਿਟੀਜ਼ ਤੇ ਹੈ ਨਾ, ਮੰਨ ਲਓ ਇਕੁਏਸ਼ਨਸ ਵੀ ਥੋੜ੍ਹੀਆਂ ਬਹੁਤ। ਠੀਕ ਹੈ, ਤੇ ਇਹਨਾਂ 'ਚ ਨਾ ਜਿਹੜੇ ਇੱਕ ਦੋ ਪੁਆਇੰਟ ਬਹੁਤ ਇੰਪੋਰਟੈਂਟ ਜਿਹੜੇ ਖਿਆਲ ਰੱਖਣ ਵਾਲੇ ਆ ਉਹ ਪਹਿਲਾਂ ਸੁਣ ਲਓ। ਔਰ ਇਹ ਪੁਆਇੰਟ ਨਾ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਤੇ ਮੈਂ ਰਿਪੀਟ ਕਰ ਰਿਹਾ ਵਨਸ ਅਗੇਨ ਬਿਕਾਜ਼ ਦੈਟ ਇਜ਼ ਵੈਰੀ ਇੰਪੋਰਟੈਂਟ ਪੁਆਇੰਟ ਕਿ ਮੰਨ ਲਓ ਕੋਈ ਕੁਐਸਚਨ ਦਿੱਤਾ ਤੁਹਾਨੂੰ, ਉਹ ਇਕੁਏਸ਼ਨ ਹੈ ਜਾਂ ਇਨਇਕੁਐਲਿਟੀ ਹੈ ਨਾ, ਇੱਕ ਪ੍ਰੋਬਲਮ ਦਿੱਤਾ ਹੈ, ਉਹਦੇ ਅੰਦਰ ਲੈਟਸ ਸੇ ਕਿ ਕਈ ਸਾਰੇ ਫੰਕਸ਼ਨਸ ਆ ਹੈ ਨਾ, ਇੱਕ ਜਾਂ ਇੱਕ ਤੋਂ ਜ਼ਿਆਦਾ ਫੰਕਸ਼ਨ ਹੈ, ਤੇ ਆਪਾਂ ਕੀ ਕਰਨਾ, ਸਭ ਤੋਂ ਪਹਿਲਾਂ ਇਹ ਸ਼ੋਰ ਕਰਨਾ ਕਿ ਸਾਰੇ ਫੰਕਸ਼ਨ ਡਿਫਾਈਨ ਹੋਣ। ਡਿਫਾਈਨ ਦਾ ਮਤਲਬ ਉਹ ਐਕਸ ਲਵਾਂਗੇ ਸਚ ਦੈਟ ਉਹ ਸਾਰਿਆਂ ਦੀ ਡੋਮੇਨ ਨੂੰ, ਠੀਕ ਹੈ, ਕੀ ਕਰੇ, ਸੈਟਿਸਫਾਈ ਕਰੇ। ਇਜ਼ ਦੈਟ ਕਲੀਅਰ? ਵਨਸ ਅਗੇਨ, ਜਿੰਨੇ ਫੰਕਸ਼ਨ ਇਨਵੋਲਵਡ ਹੈ ਉਹ ਸਾਰੇ ਡਿਫਾਈਨ ਹੋਣ, ਮਤਲਬ ਉਹਨਾਂ ਦੀ ਡੋਮੇਨ ਜਿਹੜੀ ਹੈ ਸਾਰਿਆਂ ਦੀ ਸੈਟਿਸਫਾਈ ਹੋਵੇ। ਨਾ ਕਹਿਣ ਦਾ ਭਾਵ ਕੀ ਹੈ, ਮੈਂ ਜਿੱਦਾਂ ਇੱਕ ਐਗਜ਼ਾਮਪਲ ਲਵਾਂ ਈਜ਼ੀ ਜਿਹਾ, ਮੈਂ ਕਹਾਂ ਇੱਕ ਇਕੁਏਸ਼ਨ ਲੈ ਲਓ, ਲੈਟਸ ਸੇ ਠੀਕ ਹੈ, ਮਤਲਬ ਇਹ ਫੰਕਸ਼ਨ ਐਵੇਂ ਹੁੰਦੇ ਨੇ ਜਿੱਦਾਂ ਤੁਹਾਡੇ ਘਰ ਦੇ ਵੱਡੇ ਬਜ਼ੁਰਗ ਹੈ ਤੇ ਉਹ ਮਤਲਬ ਹਰੇਕ ਸਿਆਣੇ ਦੀ ਰਿਸਪੈਕਟ ਫੁੱਲ ਹੋਣੀ ਚਾਹੀਦੀ ਹੈ। ਮਤਲਬ ਜਿੱਦਾਂ ਅੰਡਰ ਰੂਟ ਹੈ, ਰਿਸਪੈਕਟ ਦਾ ਮਤਲਬ ਹੈ ਇਹਨੂੰ ਇੱਜ਼ਤ ਮਾਣ ਕਦ ਮਿਲੇਗਾ ਜਾਂ ਤੁਸੀਂ ਇਹਦੀ ਡੋਮੇਨ ਨੂੰ ਖੁਸ਼ ਕਰੋਗੇ। ਇਹਦੀ ਡੋਮੇਨ ਕੀ ਹੈ? ਅੰਡਰ ਰੂਟ ਦੇ ਅੰਦਰ ਸਾਨੂੰ ਪਤਾ ਹੈ ਕਿ ਕੀ ਕੁਛ ਪੁੱਟ ਕਰ ਸਕਦੇ ਹਾਂ ਕਿ ਐਫ ਐਕਸ ਜਿਹੜਾ ਡਿਫਾਈਨਡ ਤੇ ਐਫ ਐਕਸ ਸ਼ੁੱਡ ਬੀ ਗ੍ਰੇਟਰ ਦੈਨ ਇਕੁਅਲ ਟੂ 0 ਹੈ ਨਾ। ਹੁਣ ਇਹਦੀ ਇੱਜ਼ਤ ਮਾਣ ਕਦ ਹੈ? ਜਦ ਤੁਸੀਂ ਐਕਸ 0 ਜਾਂ 0 ਤੋਂ ਵੱਡਾ ਪੁੱਟ ਕਰ ਦਿਓ। ਠੀਕ ਹੈ, ਸੋ 0 ਤੋਂ ਵੱਡੀ ਵੈਲਿਊ ਪੁੱਟ ਕਰੋਗੇ ਜਾਂ ਬਰਾਬਰ ਤੇ ਇਹਨੂੰ ਕੋਈ ਦਿੱਕਤ ਨਹੀਂ। ਹੁਣ 0 ਤੋਂ ਵੱਡਾ ਤਾਂ 10 ਵੀ ਹੈ, ਠੀਕ ਹੈ, ਹੁਣ 10 ਤੁਸੀਂ ਪੁੱਟ ਕਰੋ, ਕੀ ਆ ਗਿਆ? ਅੰਡਰ 10, ਇਹਨੂੰ ਕੋਈ ਪ੍ਰੋਬਲਮ ਨਹੀਂ। ਬਟ ਇਹਦੇ 'ਚ ਕੀ ਹੋ ਗਿਆ? ਠੀਕ ਹੈ, 5 ਮਾਈਨਸ 10 ਮਾਈਨਸ 5, ਇਹਨੂੰ ਪ੍ਰੋਬਲਮ ਆ ਗਈ। ਠੀਕ ਹੈ, ਇਹਦਾ ਮਤਲਬ ਕੀ ਹੋਇਆ? ਤੁਸੀਂ ਜਿਵੇਂ ਐਗਜ਼ਾਮਪਲ ਦਿੱਤੀ ਨਾ ਕਿ ਦਾਦਾ ਜੀ ਨੂੰ ਤਾਂ ਇੱਜ਼ਤ ਮਾਣ ਨਾਲ ਸਤਿ ਸ਼੍ਰੀ ਅਕਾਲ ਬੁਲਾਤੀ, ਨਾਲ ਬੀਬੀ ਜੀ ਨੂੰ ਬੁਲਾਈ ਨਹੀਂ, ਤੇ ਰੌਲਾ ਬੇਟੇ ਪੱਕਾ ਪੈਣਾ ਹੀ ਪੈਣਾ। ਨਹੀਂ ਯਕੀਨ ਕਰਕੇ ਵੇਖ ਲਿਓ। ਠੀਕ ਹੈ, ਤੇ ਇਹਦਾ ਮਤਲਬ ਇਹਨੂੰ ਵੀ ਖੁਸ਼ ਕਰ ਲਿਆ ਐਂਡ, ਠੀਕ ਹੈ, ਇਹਨੂੰ ਵੀ ਸੈਟਿਸਫਾਈ ਕਰਾਓ ਕਿ ਆਹ ਫੰਕਸ਼ਨ ਦਾ ਰਿਸਪੈਕਟ ਇੱਜ਼ਤ ਮਾਣ ਕਰੀਏ ਕਿ ਹਾਂਜੀ ਆ ਜੋ ਵੀ ਅੰਡਰ ਰੂਟ ਦੇ ਅੰਦਰ ਹੈ ਉਹ 0 ਜਾਂ 0 ਤੋਂ ਵੱਡਾ ਹੋਣਾ ਚਾਹੀਦਾ, ਉਹੀ ਐਕਸ ਲੈਣਾ, ਨਹੀਂ ਤੇ ਜਿਵੇਂ 10 ਪੁੱਟ ਕੀਤਾ ਸੀ ਇਹਨੂੰ ਪ੍ਰੋਬਲਮ ਆ ਜਾਣੀ। ਸੋ ਇਹਦੀ ਡੋਮੇਨ ਨੂੰ ਕਿਹੜੇ ਕਿਹੜੇ ਐਕਸ ਸੈਟਿਸਫਾਈ ਕਰਦੇ ਆ ਕਿ ਐਕਸ ਇਜ਼ ਲੈਸ ਦੈਨ ਇਕੁਅਲ ਟੂ 5। ਠੀਕ ਹੈ, ਹੁਣ ਪਹਿਲੇ ਦੀ ਡੋਮੇਨ ਕਿਹੜੇ ਕਿਹੜੇ ਰੀਅਲ ਨੰਬਰ ਸੈਟਿਸਫਾਈ ਕਰਦੇ ਆ? 0 ਜਾਂ 0 ਤੋਂ ਵੱਡੇ। ਠੀਕ ਹੈ, ਸੈਕਿੰਡ ਦੇ ਕਿਹੜੇ ਆ ਪੁੱਤਰ? 5, ਠੀਕ ਹੈ, ਇਕੁਅਲ ਟੂ ਵੀ ਹੈਗਾ, ਜਾਂ 5 ਤੋਂ ਛੋਟੇ। ਹਾਂਜੀ, ਕਾਮਨ ਲੈ ਲਿਆ, ਕਾਮਨ ਕਿਤੇ ਦੋਨੋਂ ਲਾਈਨਾਂ ਇਕੱਠੀਆਂ, 0 ਤੋਂ ਲੈ ਕੇ 5, ਕਿਉਂਕਿ ਡਾਰਕ ਸਰਕਲ ਹੈ, ਕਲੋਜ਼ ਹੈ। ਤੋ ਆ ਓਵਰਆਲ ਫੰਕਸ਼ਨ ਦੀ ਡੋਮੇਨ ਆ ਗਈ। ਤੁਸੀਂ ਕੀ ਕੀਤਾ? ਉਹੀ ਬੋਲਿਆ ਕਿ ਜਿਵੇਂ ਅੱਜ ਦੋ ਫੰਕਸ਼ਨ ਹੈ ਪਲੱਸ ਹੋਏ ਹੈ, ਠੀਕ ਹੈ, ਤੋ ਆਪਾਂ ਇਹਦੀ ਡੋਮੇਨ ਤੇ ਇਹਦੀ ਡੋਮੇਨ ਨੂੰ ਸੈਟਿਸਫਾਈ ਕਰਾਇਆ, ਮਤਲਬ ਉਹ ਐਕਸ ਲਏ ਜਿਹੜੇ ਦੋਨਾਂ ਨੂੰ ਸਹੀ ਕਰਦੇ ਆ। ਠੀਕ ਹੈ, ਸਹੀ ਮਤਲਬ ਡਿਫਾਈਨ ਕਰਦੇ ਆ। ਅੱਛਾ, ਹੁਣ ਮੰਨ ਲਓ ਮੈਂ ਇੱਥੇ ਇੱਕ ਹੋਰ ਪਾ ਦਾਂ ਨਾਲ, ਚਲੋ ਤੁਹਾਨੂੰ ਜਸਟ ਫॉर द ਸੇਕ ਆਫ ਇਲਸਟ੍ਰੇਸ਼ਨ, ਇਹਦੀ ਡੋਮੇਨ ਤੁਸੀਂ ਕੀ ਕੱਢੀ ਪੁੱਤਰ? 0 ਤੋਂ ਲੈ ਕੇ 5 ਹੈ ਨਾ। ਮੰਨ ਲਓ ਆਹ ਚੇਂਜ ਕਰ ਲਾਂ ਮੈਂ, ਲੈਟਸ ਸੇ ਡਿਵਾਈਡ ਬਾਏ x ਮਾਈਨਸ 3। ਹੁਣ ਆਹ ਫੰਕਸ਼ਨ ਬਣਾਤਾ। ਪ੍ਰੈਕਟੀਕਲੀ ਕੀ ਅੱਜ ਇੱਕ ਤਰੀਕੇ ਨਾਲ ਆਹ ਦੋ ਸਿੱਧੇ ਫੰਕਸ਼ਨ, ਇੱਕ ਡਿਨੋਮੀਨੇਟਰ ਵੀ ਆ ਗਿਆ। ਮੋਟੀਆਂ ਮੋਟੀਆਂ ਗੱਲਾਂ ਤੁਹਾਨੂੰ ਕਿਹੜੀਆਂ ਪਤਾ ਫਿਲਹਾਲ ਤੱਕ? ਠੀਕ ਹੈ, ਕਿ ਸਭ ਤੋਂ ਪਹਿਲਾਂ ਡਿਫਾਈਨਡ ਦੀ ਜੋ ਗੱਲ ਕਰਦੇ ਨਾ ਕਿ ਡਿਨੋਮੀਨੇਟਰ ਕਦੇ ਵੀ ਹਾਂਜੀ 0 ਨਾ ਹੋਵੇ, ਹੋਰ ਅੰਡਰ ਰੂਟ ਦੇ ਅੰਦਰ ਜਿਹੜਾ ਵੀ ਨੰਬਰ ਆ ਹਾਂਜੀ ਇਹ 0 ਜਾਂ 0 ਤੋਂ ਵੱਡਾ ਹੋਵੇ। ਲੌਗ ਦੇ ਬਾਰੇ ਆਪਾਂ ਪੜ੍ਹ ਲਿਆ ਹੈ ਨਾ, ਲੌਗ ਅਗਰ ਸਮਥਿੰਗ ਟੂ ਦ ਬੇਸ ਕੋਈ ਨੰਬਰ ਆ ਤੇ ਕੀ ਕੀ ਕੰਡੀਸ਼ਨਾਂ ਸੀ ਲੌਗ ਵਾਸਤੇ ਪੁੱਤਰ? ਕਿ ਆਹ ਨੰਬਰ 0 ਤੋਂ ਵੱਡਾ ਹੋਵੇ ਹੈ ਨਾ, ਬੇਸ ਵੀ 0 ਤੋਂ ਵੱਡਾ ਹੋਵੇ ਔਰ ਬੇਸ 1 ਦੇ ਬਰਾਬਰ ਨਾ ਹੋਵੇ। ਇਹ ਕਹਿਣ ਦਾ ਭਾਵ ਹੈ ਕਿ ਹੁਣ ਇਹ ਲੌਗ ਡਿਫਾਈਨਡ ਹੈ, ਅਗਰ ਆਹ ਸੈਟਿਸਫਾਈ ਹੋਏਗਾ ਤੇ ਅੰਡਰ ਰੂਟ ਨੂੰ ਕੋਈ ਪ੍ਰੋਬਲਮ ਨਹੀਂ। ਡਿਨੋਮੀਨੇਟਰ ਆ ਤੇ ਉਹ 0 ਨਹੀਂ ਹੋਣਾ ਚਾਹੀਦਾ, ਅਗਰ 0 ਹੋ ਗਿਆ ਤਾਂ ਉਹ ਡਿਫਾਈਨਡ ਨਹੀਂ। ਸੋ ਆਹ ਹੈਗੀਆਂ ਜਿਹੜੇ ਮੇਨ ਫੰਕਸ਼ਨ ਜਿਹੜੇ ਜਿਨ੍ਹਾਂ 'ਚ ਦਿੱਕਤ ਹੁੰਦੀ ਹੈ। ਬਾਕੀ ਮੋਡ ਐਟਸੈਟਰਾ ਉਹ ਤਾਂ ਤੁਹਾਨੂੰ ਪਤਾ ਕਿ ਡੋਮੇਨ ਇਜ਼ ਆਲ ਰੀਅਲ ਨੰਬਰ ਹੈ ਨਾ, ਕੋਈ ਪ੍ਰੋਬਲਮ ਨਹੀਂ ਹੈ। ਤੋ ਇਹਨਾਂ ਤੋਂ ਤੁਸੀਂ ਖਿਆਲ ਰੱਖਣਾ। ਠੀਕ ਹੈ, ਹੁਣ ਇਹਦੇ 'ਚ ਕੀ ਹੋ ਗਿਆ ਆ ਨੋਟ ਕਰ ਲਓ, ਬੜਾ ਇੰਪੋਰਟੈਂਟ ਹੈ ਕਿ ਡਿਨੋਮੀਨੇਟਰ ਕਦੇ 0 ਨਾ ਹੋਵੇ। ਮੇਕ ਸ਼ੋਰ ਜੋ ਮੈਂ ਬੋਲਿਆ ਨਾਲ ਨਾਲ ਬੋਲੋ, ਡਿਨੋਮੀਨੇਟਰ 0 ਨਹੀਂ ਹੋਣਾ ਚਾਹੀਦਾ। ਅੰਡਰ ਰੂਟ ਦੇ ਅੰਦਰ ਨੰਬਰ 0 ਜਾਂ 0 ਤੋਂ ਵੱਡਾ ਹੋਵੇ। ਠੀਕ ਹੈ, ਔਰ ਤੀਜੀ ਗੱਲ ਅਗਰ ਲੌਗ ਹੈ ਤੇ ਉਹ 3 ਕੰਡੀਸ਼ਨਾਂ ਆਪਾਂ ਲਾ ਦੇਣੀਆਂ। ਹੁਣ ਮੰਨ ਲਓ ਆ ਨਵਾਂ ਪ੍ਰੋਬਲਮ ਆ ਗਿਆ। ਠੀਕ ਹੈ, ਹੁਣ ਇਹ
पूरा ਇਹਦੀ ਰਿਸਪੈਕਟ ਹੋ ਗਈ, ਇਹਦੀ ਹੋ ਗਈ। ਹੁਣ डिनोमीनेटर 0 कद है जब x की वैल्यू 3 है, ਇਹਦਾ ਮਤਲਬ x ਆਪਾਂ 3 नहीं लेना। तो ਹੁਣ ਤਿੰਨਾਂ ਦਾ ਕਾਮਨ ਕੀ ਆ ਗਿਆ? ਪਹਿਲਾਂ ਦੋਨਾਂ ਦਾ ਕੀ ਸੀਗਾ? ਹਾਂਜੀ 0 ਤੋਂ ਲੈ ਕੇ 5 ਤੱਕ। ਠੀਕ ਹੈ, ਆ ਗੱਲ ਸਮਝ ਆ ਗਈ? ਇਹ ਪਹਿਲਿਆਂ ਦੋਨਾਂ ਦਾ ਡੋਮੇਨ ਦਾ ਕਾਮਨ। ਤੀਜਾ ਕੀ ਹੈ? x ਜੋ ਮਰਜ਼ੀ ਰੀਅਲ ਨੰਬਰ ਹੋਵੇ ਕਹਿੰਦਾ, ਬਟ 3 ਨਾ ਹੋਵੇ। ਠੀਕ ਹੈ, 3 ਨਹੀਂ ਚਾਹੀਦਾ। तो ਕਾਮਨ ਕੀ ਆ ਗਿਆ ਇਹਨਾਂ ਦਾ ਹੁਣ ਇਕੱਠਿਆਂ ਦਾ, ਤਿੰਨਾਂ ਦਾ ਇਨਫੈਕਟ 0 ਤੋਂ ਲੈ ਕੇ 5। ठीक है, 0 ਤੋਂ ਲੈ ਕੇ 5 ਤੱਕ ਐਕਸੈਪਟ ਕਿਹੜਾ ਨੰਬਰ? ਇੱਕੋ ਹੀ ਨੰਬਰ ਛੱਡਤਾ 3, ਇਹਦੀ ਡੋਮੇਨ ਹੋ ਗਈ। तो ਇਹਦੇ ਚੋਂ ਕੋਈ ਵੀ ਰੀਅਲ ਨੰਬਰ ਚੱਕੋ, ਇਸ ਫੰਕਸ਼ਨ ਨੂੰ ਕੋਈ ਪ੍ਰੋਬਲਮ ਨਹੀਂ, ਇਟ ਇਜ਼ ਡਿਫਾਈਨਡ। ठीक है, तो ਆ ਤੇ ਪਹਿਲਾ ਪੁਆਇੰਟ ਹੋ ਗਿਆ ਕਿ ਭਾਵੇਂ ਕੋਈ ਡੋਮੇਨ ਦਾ ਸਵਾਲ ਹੋਵੇ, ਕੋਈ ਇਨਇਕੁਐਲਿਟੀ ਹੋਵੇ, ਕੋਈ ਇਕੁਏਸ਼ਨ ਹੋਵੇ, ਇੱਜ਼ਤ ਮਾਣ ਪੂਰਾ ਕਰਨਾ। ਠੀਕ ਹੈ, ਐਂਡ ਇਹ ਅਗਰ ਖਿਆਲ ਰੱਖੋਗੇ ਤੇ ਗਲਤੀ ਹੋਣ ਦੇ ਚਾਂਸ ਪੁੱਤਰ ਬਹੁਤ ਘੱਟ ਜਾਂਦੇ, ਰਾਈਟ। ਤੇ ਹਰੇਕ ਸਟੈਪ ਤੇ ਹਰੇਕ ਫੰਕਸ਼ਨ ਦੇਖੋ ਡਿਫਾਈਨਡ ਹੈਗਾ। ਤੇ ਔਰ ਜਿਹੜੀਆਂ ਵੈਲਿਊ ਨੂੰ ਤੰਗ ਕਰਦੀਆਂ ਮਾਈਨਸ ਕਰ ਦਿਓ। ਜਿਹਦਾ ਇੱਥੇ 3 ਨੂੰ ਪ੍ਰੋਬਲਮ ਸੀ, 3 ਤੇ ਪ੍ਰੋਬਲਮ ਸੀ, ਸੋ 3 ਆਪਾਂ ਉਹ ਚੋਂ ਕੱਢਤਾ। ਠੀਕ ਹੈ, ਇੱਕ ਐਗਜ਼ਾਮਪਲ ਜਿਵੇਂ ਦੇਖੋ log x, ਠੀਕ ਹੈ, log 6, ਰਾਈਟ। ਮੈਂ ਕਹਾਂ ਸੋਲਵ ਫॉर x, तो ਹਾਂਜੀ ਪਹਿਲਾਂ ਤੇ ਕਲੀਅਰਲੀ ਨੈਚੁਰਲ log ਦਿੱਤਾ ਹੈ, तो log a प्लस log b, ਹਾਂਜੀ ਕਿੰਨਾ ਹੋ ਗਿਆ? log a इंटू b। ਆਪਾਂ ਇੱਕ ਇਕੁਏਸ਼ਨ ਬਣਾਉਣੀ ਹੈ x 'ਚ, ਹੈ ਨਾ, ਇਜ਼ ਇਕੁਅਲ ਟੂ log 6। यानी ਆਪਾਂ ਕੱਲ੍ਹ ਗੱਲ ਕੀਤੀ ਹੈ ਕਿ ਅਗਰ ਦੋ log ਬਰਾਬਰ ਹੈ ਵਿਦ ਸੇਮ ਬੇਸ ਤੇ ਨੰਬਰ ਵੀ ਬਰਾਬਰ ਹੋਣੇ। ਠੀਕ ਹੈ, ਸੋ देयरफॉर x इंटू x माइनस 1 इज इक्वल टू 6। सो इक्वेशन बन गई ਤੁਹਾਡੇ ਕੋਲ x स्क्वायर माइनस x माइनस 6 इक्वल टू 0। तो x आ गया ਤੁਹਾਡੇ ਕੋਲ ਪੁੱਤਰ 3 एंड माइनस 2। ਹੁਣ ਜੇ ਕੋਈ ਵੀ ਬੱਚਾ ਆ ਇੱਦਾਂ ਬੜਾ ਸਜਾ ਕੇ ਆਨਸਰ ਲਿਖਿਆ ਹੋਵੇ ਤੇ ਗਲਤ ਹੋ ਗਿਆ। ਕਿਉਂ? ਕਿਉਂਕਿ ਜਿਹੜਾ ਪੁਆਇੰਟ ਕਿਹਾ ਉਹ ਤੇ ਲਾਇਆ ਨਹੀਂ ਆਪਾਂ। ਪਹਿਲਾਂ ਫੰਕਸ਼ਨ ਡਿਫਾਈਨ ਕਰੋ। ਆ log ਨੂੰ ਡਿਫਾਈਨ ਹੋਣ ਵਾਸਤੇ ਜਿਹੜਾ ਵੀ ਅੰਦਰ x ਹੈ ਉਹ ਜੋ ਵੀ ਹੈ 0 ਤੋਂ ਵੱਡਾ ਹੋਵੇ। ਠੀਕ ਹੈ, ਮਤਲਬ ਸਿੱਧਾ ਪੁੱਟ ਚੱਕ ਵੀ ਕਰ ਸਕਦੇ, ਬਟ ਆਪਾਂ ਲੌਜੀਕਲੀ ਕਰੀਏ ਤੇ ਆ ਨੰਬਰ ਜੋ ਵੀ ਹੈ ਆ log ਹੈ ਨਾ, ਇਹ ਵੀ 0 ਤੋਂ ਵੱਡਾ ਹੋਵੇ, ਮਤਲਬ x 1 ਤੋਂ ਵੱਡਾ ਹੋਵੇ। तो इफेक्टिवली की है कि वो x लेना है ਜਿਹੜਾ 1 ਤੋਂ ਵੱਡਾ ਹੋਵੇ, ਹੈ ਨਾ। 0 ਤੋਂ ਵੱਡਾ ਹੋਣਾ ਚਾਹੀਦਾ, ਨਾਲ ਦੀ ਨਾਲ 1 ਤੋਂ ਵੱਡਾ ਹੋਣਾ ਚਾਹੀਦਾ, ਤੇ ਕਾਮਨ ਕੀ ਆ ਗਿਆ? 1 ਤੋਂ ਵੱਡਾ ਹੋਣਾ ਚਾਹੀਦਾ। ਤਾਂ ਕੋਈ ਵੀ ਇਹਨੂੰ ਆਨਸਰ 1 ਤੋਂ ਛੋਟਾ ਸੈਟੀਸਫਾਈ ਨਹੀਂ ਕਰੇਗਾ। ਹੁਣ ਜਿਵੇਂ x ਇਕੁਅਲ ਟੂ -2 ਹੈ, ਤੁਸੀਂ ਇੱਥੇ ਪੁੱਟ ਕਰੋਗੇ ਜਾਂ ਮੈਂ ਕਿਹਾ ਪੁੱਟ ਚੈੱਕ ਕਰ ਲਓ, ਹੈ ਨਾ, ਵੀ log ਡਿਫਾਈਨ ਹੈ। तो x ਦੀ ਵੈਲਿਊ -2 ਪੁੱਟ ਕੀਤੀ, log -2 ਡਿਫਾਈਨਡ ਹੀ ਨਹੀਂ, ਇਹਦਾ ਮਤਲਬ ਇਹਦਾ ਸੋਲੂਸ਼ਨ ਹੀ ਨਹੀਂ। ठीक है, 3 है, हाँ log 3 नो प्रॉब्लम, 3 माइनस 1 2 नो प्रॉब्लम। अंदर वाला नंबर log का आर्गूमेंट पॉजिटिव होना चाहिए, बिल्कुल ठीक। ठीक है, इज इट क्लियर? अच्छा, आ सोल्यूशन आया पता क्यों है? क्योंकि जिदा हुण मान लो इत्थे अगर तुसी -2 पुट कर दो, इत्थे कितना आ गया -3। ठीक है, गलत है बेसिकली, बट मैं दस रहा सोल्यूशन क्यों आया। ठीक है, असी इफेक्टिवली सॉल्व किहनूं कीता सी? इन्हां दे प्रोडक्ट नूं ना, x इंटू x माइनस 1, सो -2 इंटू -3 तो 6 ही होंदा। ठीक है, इस करके आ गया कि log ऑफ a इंटू b इज इक्वल टू log a प्लस log b। प्रोडक्ट ते दो नैगेटिव नंबर का भी पॉजिटिव है, बट इत्थे नैगेटिव थोड़ी सैटिस्फाई करोगे। ठीक है, इस करके कोई भी log है जी मैं गल ही मुकाती है, तो सिंपल हरेक फंक्शन की होवे डिफाइन होवे। सो जिवें मैं आ कीता, की करांगे? सॉल्व करके चैक कर लो किहड़े सैटिस्फाई करदे, गल खत्म। ठीक है, और इनइक्वलिटी वगैरह जिवें आपां अगेन मैं दसां क्वेश्चन करांगे, तुहानूं क्लीयर हो जाएगा। उहदे 'च फिर तुसीं की करना कि फंक्शन डिफाइन करो, मैं तुहानूं प्रोसीजर प्रॉपर स्टैप्स दस दांगा। ठीक है, सो आई गेस पॉइंट मैं तुहानूं कन्वे करता। हुण लिख लो हैडिंग हाउ टू सॉल्व लॉग इनइक्वलिटीज़। इनइक्वलिटीज़ ते आ जाओ। तो मान लो ਇੱਦਾਂ ਦੀ ਕੋਈ ਇਨਇਕੁਐਲਿਟੀ ਆਪਾਂ ਸੋਲਵ ਕਰਨੀ। ਪਹਿਲਾ ਸਟੈਪ ਹੁੰਦਾ ਕਿ ਦੋਨੋਂ ਪਾਸੇ, ਸੋ ਲਿਖ ਲਓ ਦੋਨੋਂ ਪਾਸੇ ਕੀ ਕਰੋ, ਬੇਸ ਸੇਮ ਕਰ ਲਓ। ਠੀਕ ਹੈ, ਦੋਨੋਂ ਪਾਸੇ ਬੇਸ ਸੇਮ ਕਰ ਲਓ। ਉਹ ਜਿਹੜੇ 'ਚ ਨਹੀਂ ਹੋਊਗਾ ਮੈਂ ਦੱਸੂਗਾ ਕਿਵੇਂ ਕਰਨਾ। ਪਹਿਲਾ ਸਟੈਪ ਕੀ ਹੈ? ਦੋਨੋਂ ਪਾਸੇ ਬੇਸ ਸੇਮ ਕਰ ਲੈਣਾ, ਰਾਈਟ, ਪਹਿਲਾ ਸਟੈਪ। ਸੈਕਿੰਡ, ਫਿਰ ਬੇਸ ਚੈੱਕ ਕਰੋ, ਜਿਵੇਂ ਇੱਥੇ ਅਲਫਾ ਹੈ ਨਾ, ਫਿਰ ਅਗਰ ਤੇ ਬੇਸ ਅਲਫਾ 1 ਤੋਂ ਵੱਡਾ ਹੈ, ਬੇਸ ਅਗਰ 1 ਤੋਂ ਵੱਡਾ ਹੈ ਪੁੱਤਰ, ਤੇ ਸਾਨੂੰ ਪਤਾ ਹੈ
ਕੀ ਪਤਾ ਹੈ? ਸਾਨੂੰ ਪਤਾ ਹੈ ਕਿ ਉਹਦਾ ਗ੍ਰਾਫ ਕੀ ਹੈ, ਇਨਕਰੀਜ਼ਿੰਗ। ਔਰ ਅਗਰ ਇਨਕਰੀਜ਼ਿੰਗ ਗ੍ਰਾਫ ਹੈ ਬੇਟੇ, ਤੇ ਅਗਰ ਨੰਬਰ ਵੱਡਾ ਹੈ ਤੇ ਉਹਦਾ ਲੌਗ ਵੀ ਵੱਡਾ ਹੋਏਗਾ। ਮਤਲਬ ਅਗਰ ਬੇਸ 1 ਤੋਂ ਵੱਡਾ ਹੈ ਤਾਂ ਅਗਰ ਇਹਦਾ ਲੌਗ ਇਸ ਲੌਗ ਤੋਂ ਵੱਡਾ ਹੈ, ਇਹਦਾ ਮਤਲਬ a ਜਿਹੜਾ ਹੈ b ਤੋਂ ਵੱਡਾ ਹੋਏਗਾ। ਇੱਥੇ ਹੋਏਗਾ a, ਇੱਥੇ ਹੋਏਗਾ b, ਤਦ ਹੀ log a to the base alpha log b to the base alpha ਤੋਂ ਵੱਡਾ ਹੈ। ਸੋ therefore ਅਗਰ ਬੇਸ 1 ਤੋਂ ਵੱਡਾ ਹੈ then what, ਹਾਂਜੀ, ਸਾਈਨ ਜਿਹੜਾ ਆ ਉਹਨੂੰ ਸੇਮ ਰੱਖੋ। ਸੋ ਕੀਪ the sign of the inequality same। ਸੋ ਜਿਵੇਂ ਇਹਨੂੰ ਅਗਰ ਸੋਲਵ ਕਰਨਾ ਹੁੰਦਾ ਤੇ ਆਨਸਰ ਕੀ ਆਣਾ ਸੀ, a is greater than b, ਰਾਈਟ। ਔਰ I must write, ਮੈਨੂੰ ਹਾਲਾਂਕਿ ਮੈਂ ਉੱਪਰ ਕਿਹਾ ਤਾਂ ਨਹੀਂ ਮੈਂ ਲਿਖਿਆ, ਮਸਟ ਦਿਸ ਇਜ਼ ਇੰਪੋਰਟੈਂਟ ਕਿ ਪਹਿਲਾਂ ਡਿਫਾਈਨ ਕਰ ਲੈਣਾ, ਠੀਕ ਹੈ। ਮਤਲਬ a 0 ਤੋਂ ਵੱਡਾ ਹੋਵੇ, b 0 ਤੋਂ ਵੱਡਾ ਹੋਵੇ, ਅਲਫਾ, ਠੀਕ ਹੈ, 0 ਤੋਂ ਵੱਡਾ ਹੋਵੇ, 1 ਦੇ ਬਰਾਬਰ ਨਾ ਹੋਵੇ। ਮਤਲਬ ਇਹ ਤੇ ਪਹਿਲਾ ਕੰਮ ਹੈ। ਇਹ ਹੁਣ ਮੰਨ ਲਓ ਇਹ ਹੀ ਨੈਗੇਟਿਵ ਹੈ, ਠੀਕ ਹੈ, ਤਾਂ ਪਹਿਲਾਂ ਡਿਫਾਈਨ ਕਰ ਲਓ, ਫਿਰ ਬੇਸ ਸੇਮ ਕਰ ਲਓ, ਹੈ ਨਾ। ਤੇ ਬੇਸ ਸੇਮ ਕਰ ਲਿਆ, ਫਿਰ ਚੈੱਕ ਕਰੋ ਕਿ ਅਲਫਾ 1 ਤੋਂ ਵੱਡਾ ਹੈ, ਬੇਸ 1 ਤੋਂ ਵੱਡਾ ਹੈ। ਅਗਰ 1 ਤੋਂ ਵੱਡਾ ਹੈ ਤੇ ਸਾਈਨ ਆਫ ਇਨਇਕੁਐਲਿਟੀ ਲਿਖ ਲਓ, ਆ ਇਨਇਕੁਐਲਿਟੀ ਦਾ ਸਾਈਨ, ਸਾਈਨ ਆਫ ਇਨਇਕੁਐਲਿਟੀ ਸੇਮ ਰਹਿ ਜਾਏਗਾ, ਜਿੱਧਰ ਨੂੰ ਹੈ ਉੱਧਰ ਨੂੰ ਰਹਿ ਜਾਏਗਾ। ਅਗਰ ਬੇਸ 0 ਔਰ 1 ਦੇ ਵਿੱਚ ਹੈ then change the sign of inequality। why? because ਅਗਰ ਬੇਸ 0 1 ਤੇ ਡਿਕਰੀਜ਼ਿੰਗ ਹੈ, ਡਿਕਰੀਜ਼ਿੰਗ ਹੈ ਤੇ ਜਿਹੜਾ ਨੰਬਰ ਵੱਡਾ ਹੈ ਉਹਦਾ ਲੌਗ ਛੋਟਾ ਹੈ, then ਜਿਵੇਂ ਇਹਦੇ 'ਚ ਆ ਫਿਰ ਆਪਾਂ ਚੇਂਜ ਕਰ ਦਾਂਗੇ। ਸੋ ਇੱਥੇ ਫਲਿੱਪ ਹੋ ਜਾਏਗਾ, a will be less than b, ਠੀਕ ਹੈ। ਬਾਕੀ ਕੰਡੀਸ਼ਨ ਸਾਰੀਆਂ ਲਾਓ, ਮਤਲਬ ਸਾਰੀਆਂ ਕੰਡੀਸ਼ਨ ਲਾਉਣ ਦਾ ਮਤਲਬ ਹੈ ਜੋ ਵੀ ਹੈ ਸਾਰੀਆਂ ਦਾ ਕੀ ਲਈਦਾ ਹੁੰਦਾ, ਕਾਮਨ, ਜਿਵੇਂ ਉੱਪਰ ਦੱਸ ਚੁੱਕੇ ਆਲਰੇਡੀ, ਠੀਕ ਹੈ। ਡਿਫਾਈਨ ਕਰੋ, ਫਿਰ ਜੋ ਵੀ ਆਨਸਰ ਆਇਆ ਉਹਨਾਂ ਦਾ ਕਾਮਨ ਲਓ, ਠੀਕ ਹੈ। ਜਿੱਦਾਂ let me solve few problems then you will have the idea। मतलब मैं कमा log x minus 1 base 2 is greater than log, let's say 5 minus x base 2, ठीक है। इन्हों solve करना now, पहला तो base same है ना, तो हुण log define कर लो। आ भी true होना चाहिए कि आ पूरा argument 0 तो वड्डा होवे, ठीक है, ये भी सही चाहिए। दूजा ਇਹਨੂੰ ਵੀ ਖੁਸ਼ ਕਰੀਏ, 5 ਮਾਈਨਸ ਐਕਸ ਵੀ 0 ਤੋਂ ਵੱਡਾ ਹੋਵੇ, ਠੀਕ ਹੈ। ਤੀਜਾ ਇੰਨੇ ਨਾਲ ਕੀ ਹੋਇਆ ਕਿ ਸਵਾਲ ਦੀ ਕੋਈ ਸੈਂਸ ਬਣੀ ਕਿ ਲੌਗ ਡਿਫਾਈਨ ਹੋ ਗਿਆ। ਹੁਣ ਆਪਾਂ ਇਨਇਕੁਐਲਿਟੀ ਤੇ ਆ ਜਾਵਾਂਗੇ। ਹੁਣ ਬੇਸ 1 ਤੋਂ ਵੱਡਾ ਹੈ, ਇਹਦਾ ਮਤਲਬ ਹੁਣ ਸਾਈਨ ਸੇਮ ਰਹੇਗਾ। ਹੁਣ ਜਦ ਆਹ ਨੰਬਰ ਇਹ ਤੋਂ ਵੱਡਾ ਹੋ ਜਾਏਗਾ ਉਸ ਵੇਲੇ ਆਹ ਇਨਇਕੁਐਲਿਟੀ ਸੈਟੀਸਫਾਈ ਹੋ ਜਾਏਗੀ। ਦਿਸ ਇਜ਼ ਗ੍ਰੇਟਰ ਦੈਨ 5 ਮਾਈਨਸ ਐਕਸ। ਸੋ ਤਿੰਨ ਕੰਡੀਸ਼ਨਾਂ ਤਿੰਨੋਂ ਹੀ ਸੈਟੀਸਫਾਈ ਹੋਣੀਆਂ ਚਾਹੀਦੀਆਂ। ਇਹਦਾ ਮਤਲਬ ਤਿੰਨਾਂ ਨੂੰ ਸੋਲਵ ਕਰਕੇ ਤਿੰਨਾਂ ਦਾ ਕੀ ਲਵਾਂਗੇ, ਕਾਮਨ, ਰਾਈਟ। तो पहली ਦਾ आंसर ਕੀ ਹੈ, x is greater than 1। ਦੂਜੀ ਦਾ x is less than 5। ਤੀਜੀ ਨੂੰ ਸੋਲਵ ਕਰ ਲਓ, x ਇੱਧਰ ਲੈ ਜਾਓ, 2x is greater than 6, x is greater than 3, ਠੀਕ ਹੈ। ਤਾਂ ਸਾਡੇ ਕੋਲ ਆ ਤਿੰਨ, ਪਹਿਲੇ ਦਾ ਸੋਲੂਸ਼ਨ, ਦੂਜੇ ਦਾ ਤੇ ਤੀਜੇ ਦਾ। ਵੈਸੇ ਤੇ ਐਦਾਂ ਛੋਟੀਆਂ 'ਚ ਤੇ ਵੇਖ ਕੇ ਪਤਾ ਲੱਗ ਜਾਂਦਾ ਆਂਸਰ ਕੀ ਹੈ, ਬਟ ਮੈਂ ਰਿਕਮੈਂਡ ਕਰਦਾ ਕਿ ਤੁਹਾਨੂੰ ਤਿੰਨਾਂ ਨੂੰ ਰੀਅਲ ਲਾਈਨ ਤੇ ਪਲਾਟ ਕਰਨਾ ਚਾਹੀਦਾ। ਸੋ ਪਹਿਲੇ ਦਾ ਸੋਲੂਸ਼ਨ ਕੀ ਹੈ, x is greater than 1, तो एक तो ਵੱਡਾ ਹੈ, ਇੱਕ ਤੇ ਹੋਲੋ ਸਰਕਲ ਆਏਗਾ, ਇਨਕਲੂਡਡ ਨਹੀਂ ਹੈ, ਠੀਕ ਹੈ। ਆ ਸੋ ਆ ਸਾਰੇ ਰੀਅਲ ਨੰਬਰ ਜਿਹੜੇ ਆ ਉਹ ਪਹਿਲੇ ਨੂੰ ਸੈਟੀਸਫਾਈ ਕਰਦੇ। ਸੈਕਿੰਡ 5 ਤੋਂ ਛੋਟਾ ਹੈ, ਇੱਥੇ ਕਿਤੇ 5 ਹੈ। ਆ ਸਾਰੇ ਰੀਅਲ ਨੰਬਰ ਹੈ ਨਾ, ਪਿੱਛੇ ਵਾਲੇ 5 ਤੋਂ ਛੋਟੇ। ਤੀਜਾ ਕਿਹੜਾ, x greater than 3, 3 ਇੱਥੇ ਕਿਤੇ ਹੈ, ਠੀਕ ਹੈ। ਅੱਛਾ, ਆਰਡਰਿੰਗ ਸਹੀ ਕਰਨੀ ਹੈ, ਇੱਕ ਤੇ ਕਈ ਇੱਥੇ 3 ਬਣਾ ਕੇ ਮਤਲਬ ਸੋਲਵ ਕਰੀ ਜਾਂਦੇ ਬੇਟੇ। 3 ਇੱਥੇ ਜਿੱਥੇ ਹੈਗਾ ਨੰਬਰ ਉੱਥੇ ਪਾਓ, ਔਰ ਇੱਥੇ ਵੀ ਇਕੁਅਲ ਟੂ ਨਹੀਂ ਹੈ, ਤੇ ਆ x 3 ਤੋਂ ਵੱਡਾ, ਤਾਂ ਆ ਨੰਬਰ ਸਾਰੇ। ਹੁਣ ਵੇਖੋ ਤਿੰਨਾਂ ਨੂੰ ਸੈਟੀਸਫਾਈ ਕਰਦਾ ਕਿਹੜੀਆਂ x ਦੀਆਂ ਵੈਲਿਊਜ਼ ਹੈ। ਹਾਂਜੀ, ਤਿੰਨੋਂ ਲਾਈਨਾਂ ਕਾਮਨ ਕੀਤੇ, ਇੱਥੇ ਤੇ ਇਕੱਲੀ ਲਾਈਨ ਹੈ, ਇੱਥੇ ਵੀ 2 2 ਹੈ, ਆਹ 3 3 ਹੈ, ਆਹ ਵਾਲੀ। ਸੋ ਆਹ ਤਿੰਨਾਂ ਲਾਈਨਾਂ ਇੱਥੇ ਕਾਮਨ ਆਉਣੀਆਂ। ਸੋਲੂਸ਼ਨ ਕੀ ਆ ਗਿਆ, 3 ਤੋਂ ਲੈ ਕੇ 5, 3 5 ਲੈਣੇ ਜਾਂ ਨਹੀਂ ਲੈਣੇ ਉਹ ਪਤਾ ਲੱਗ ਗਿਆ, ਹੋਲੋ ਸਰਕਲ। ਇਹਦਾ ਮਤਲਬ ਸੋਲੂਸ਼ਨ ਆ ਗਿਆ x ਬਿਲੋਂਗ ਟੂ ਓਪਨ 3 to 5, ਠੀਕ ਹੈ। ਆਹ ਦਾ ਆਂਸਰ ਆ ਗਿਆ। ਗੱਲ समझ आ गई, दैट्स इट। सो थोड़ा चेंज कर दिए, ठीक है। ਹੁਣ ਮੰਨ ਲਓ ਕੋਈ ਇੱਕ ਸੈਟੀਸਫਾਈ ਕਰਕੇ ਤੁਸੀਂ ਰੱਖ ਲੈਣਾ, ਨਹੀਂ ਤਿੰਨੋਂ, ਠੀਕ ਹੈ। ਅੱਛਾ, ਅਗਰ ਇੱਥੇ ਆ ਹੁੰਦਾ ਤਾਂ ਕੀ ਹੋਣਾ ਸੀ, ਪਹਿਲਾ ਸਟੈਪ ਸੇਮ ਕਿ ਆ ਲੌਗ ਨੂੰ ਡਿਫਾਈਨ ਕਰੀਏ ਤੇ ਇਹਦੇ ਮਤਲਬ ਲੌਗ ਦੇ ਅੰਦਰ ਜਿਹੜਾ ਨੰਬਰ ਹੈ ਉਹ 0 ਤੋਂ ਵੱਡਾ ਹੋਵੇ। ਇੱਥੇ ਇਕੁਅਲ ਟੂ ਨਹੀਂ ਆਉਣਾ, ਠੀਕ ਹੈ। ਲੌਗ ਦੇ ਅੰਦਰ ਵਾਲਾ ਨੰਬਰ 0 ਤੋਂ ਵੱਡਾ ਹੋਵੇ, ਆ ਠੀਕ ਹੋ ਗਿਆ, ਐਵੇਂ ਹੀ ਆਏਗਾ। ਇਹਦੇ 'ਚ ਵੀ ਆ 0 ਤੋਂ ਵੱਡਾ ਹੋਵੇ, ਠੀਕ ਹੈ। ਹੁਣ ਗੱਲ ਆਈ ਇਨਇਕੁਐਲਿਟੀ ਸੋਲਵ ਕਰਨ ਦੀ, ਕਿਉਂਕਿ ਬੇਸ 1 ਤੋਂ ਵੱਡਾ ਹੈ
तो जो भी साइन है उधर नहीं रहेगा, तो आंसर आ जाएगा दिस इज ग्रेटर देन और इक्वल टू। ठीक है, इनइक्वालिटी का आंसर आ जाएगा सो इत्थे दिस। तो तीजे का आंसर आ गया एक्स इज ग्रेटर देन इक्वल टू 3, आ भी इनकलूड हो गया। तो हम जैसे कॉमन लिया, कॉमन किया गया 3 तो 5, 3 इनकलूडिड 5 नहीं, तो ਇਹਦਾ आंसर आ जाऊगा x बिलोंग टू 3 to 5 ओपन। ठीक है बेटे, सो दैट्स इट। आ चीज़ है जिवें हुण मैं एक होर एग्जांपल लो, log of x minus 2 base half is greater than equal to log 5 minus x base half। ठीक है, चलो हुण सबसे पहले हाँ जी जे वाला लॉग को देखो, इस लॉग को सही होने के लिए जे वाला नंबर 0 से बड़ा आएगा। ठीक है, मतलब बड़ा होना चाहिए, और इसके लिए क्या होगा, इसके लिए जे होना चाहिए। ठीक है, गॉट द आइडिया, आ 0 तो बड़ा हो। अब क्योंकि बेस सेम है और बेस जो है वो 0 और 1 के बीच में है हाफ, तो अब इसका मतलब हो गया साइन ऑफ इनइक्वालिटी चेंज हो जाएगा। तो देयरफॉर दिस इज हाँ जी लेस देन इक्वल टू 5 माइनस एक्स, राइट। तो बस अब इन तीनों को सॉल्व कर लो। तो ਇਹਦਾ आ गया x 2 तो ਵੱਡਾ है ना, ਇਹਨੂੰ सोल्यूशन पहले ਦਾ आ गया x 5 तो छोटा है। ठीक है, और इसको सॉल्व करो, 2x इज लेस देन इक्वल टू 7, x इज लेस देन इक्वल टू 7/2। तो हुण की करिए, तिन्ना दा कॉमन सोल्यूशन ले लो। तो ये आ गया x 2 से बड़ा। ठीक है, आ हो गया, आ की हो गया पुत्र x 5 तो छोटा। ठीक है, तो एक ही आ गया x ਲੈਸ ਦੈਨ ਇਕੁਅਲ ਟੂ 7/2। 7/2 ਕਿੰਨਾ ਬੇਟੇ 3.5, ਇੱਥੇ ਕਿਤੇ ਵਿੱਚ ਔਰ ਇਕੁਅਲ ਟੂ ਵੀ ਹੈ ਨਾ, ਲੈਸ ਦੈਨ ਵੀ। तो ਹੁਣ ਤਿੰਨੋਂ ਲਾਈਨਾਂ ਕਿੱਥੇ ਕੱਟੀਆਂ, ਇੱਥੇ ਆ ਵਾਲਾ। ठीक है, तो 2 तो 7/2, 2 नहीं लेना 7/2 लेना। सो सोल्यूशन आ गया x बिलोंग्स टू 2 to 7/2। ठीक है पुत्र, सो हर एक फंक्शन डिफाइन करो। लॉग ਦੀ ਇਨਇਕੁਐਲਿਟੀ ਆਈ ਹੈ ਤੇ ਕੀ ਕੀਤਾ, ਬੇਸ ਦੇਖੋ, ਬੇਸ ਦੇਖਿਆ ਇੱਕ ਤੋਂ ਵੱਡਾ ਹੈ ਤੇ ਸਾਈਨ ਸੇਮ, ਇੱਕ ਤੋਂ ਛੋਟਾ ਸਾਈਨ ਚੇਂਜ। ਉਹ ਜਿਹੜੀਆਂ ਇਨਇਕੁਐਲਿਟੀਜ਼ ਆ ਗਈਆਂ ਉਹਨਾਂ ਸਾਰਿਆਂ ਨੂੰ ਸੋਲਵ ਕਰਕੇ ਉਹਨਾਂ ਦਾ ਕਾਮਨ ਕਿਉਂ, ਕਿਉਂਕਿ ਸਾਰੀਆਂ ਕੰਡੀਸ਼ਨਾਂ ਸਹੀ ਹੋਣੀਆਂ ਚਾਹੀਦੀਆਂ ਹੈ। ਠੀਕ ਹੈ, ਚਲੋ ਹੁਣ ਐਵੇਂ ਕਰਦੇ ਹਾਂ ਕਿ ਮੰਨ ਲਓ ਦੂਜੇ ਪਾਸੇ ਲੌਗ ਦੀ ਟਰਮ 'ਚ ਨਹੀਂ, ਜਿਵੇਂ ਆ ਦੇਖੋ ਮੈਂ ਕਹਾਂ log 2x minus 3 base 2 is greater than equal to 3। ठीक है, तो ਇੱਥੇ ਕੋਈ ਵੀ ਨੰਬਰ ਹੋਵੇ ਪੁੱਤਰ, ਪੋਜ਼ਿਟਿਵ ਨੈਗੇਟਿਵ ਜਾਂ ਕੁਛ ਵੀ ਨੰਬਰ ਹੋਵੇ, तो what you can do, ਆ ਖਿਆਲ ਨਾਲ ਸੁਣਿਓ, तो ਆਪਾਂ ਕੀ ਬਣਾਉਣਾ ਸੱਜੇ ਪਾਸੇ, log ਦਾ ਬੇਸ 2 ਕਰਨਾ। तो ਸਾਨੂੰ ਪਤਾ ਹੈ ਕਿ ਜਿਹੜਾ ਬੇਸ ਇੱਥੇ ਹੈ ਨਾ 1 ਕਿਹਦੇ ਬਰਾਬਰ ਹੁੰਦਾ, log a to the base a है ना। तो वी कैन से कि चलो 1 ਨਾਲ ਮਲਟੀਪਲਾਈ ਕਰਤਾ, ਜਿਹੜਾ 1 ਆ ਇਹਨੂੰ ਲਿਖ ਲਿਆ log ਹਾਂਜੀ ਕੀ 2 to the base 2। ਠੀਕ ਹੈ, ਆਈ ਹੋਪ ਆ ਗੱਲ ਸਮਝ ਆ ਗਈ। ਕੋਈ ਵੀ ਨੰਬਰ ਹੈ ਉਹਨੂੰ ਪਿਆ ਰਹਿਣ ਦਿਓ, ਜਿਹੜਾ ਨੰਬਰ ਇੱਥੇ ਹੈ ਉਹੀ log a to the base a ਕਰ ਦਿਓ। ਹੁਣ 3 ਨੂੰ ਇੱਥੇ ਚੜਾ ਦਿਓ, तो ਆ ਕੀ ਆ ਗਿਆ ਹੁਣ log of 2x minus 3 base 2 greater than equal to log ਹਾਂਜੀ 2 ਦਾ ਕਿਊਬ ਪੁੱਤਰ 8। अब ਬੇਸ ਸੇਮ ਹੋ ਗਿਆ। ਹੁਣ ਇੱਥੇ ਭਾਵੇਂ ਪੁੱਤਰ 3 ਹੁੰਦਾ, ਭਾਵੇਂ -3 ਹੁੰਦਾ, ਠੀਕ ਹੈ, ਭਾਵੇਂ 0 ਹੁੰਦਾ, 0 ਹੁੰਦਾ ਤੇ ਜੇ ਮੰਨ ਲਓ 0 ਹੋਵੇ ਸੱਜੇ ਪਾਸੇ, 0 ਕਿਹਦੀ ਵੈਲਿਊ ਹੁੰਦੀ ਹੈ log 1 ਦੀ, ਸੋ log 1 to the base a ਕਰ। ਔਰ ਵੈਸੇ ਵੀ ਅਗਰ ਇਹ 0 ਹੁੰਦਾ 2 to the power 0 1 ਆ ਜਾਣਾ ਸੀ। ਠੀਕ ਹੈ, तो ਰੀਅਲ ਨੰਬਰ ਹੀ ਹੋਏਗਾ ਨਾ ਬੇਟੇ। तो ਇੱਦਾਂ ਤੁਸੀਂ ਸੇਮ ਬੇਸ ਕਨਵਰਟ ਕਰ ਲਿਆ। ਹੁਣ ਜਿੱਦਾਂ ਮੈਂ ਗੱਲ ਦੱਸੀ ਹੋਈ ਹੈ ਤੁਹਾਨੂੰ ਉੱਦਾਂ ਹੀ ਕਰ ਲਓ। ਪਹਿਲਾਂ ਆਹ ਕੰਡੀਸ਼ਨ ਲਓ ਇਹਦੇ ਵਾਸਤੇ, 2x minus 3 should be greater than equal to 0, वे equal to नहीं greater than 0, x is greater than 3/2। ठीक है, आ ठीक है जी, आ भी ठीक है, 8 बहुत वधिया, नो प्रॉब्लम। एक आ कंडीशन, दूजी इनइक्वालिटी सॉल्व कर लो। हम बेस क्योंकि एक तो वड्डा है, साइन सेम रहेगा, तो वो आ गया 2x minus 3 is greater than equal to 8।
ठीक है, बस इनू सॉल्व कर लो। सो 2x इज ग्रेटर देन इक्वल टू 11, x इज ग्रेटर देन इक्वल टू 11/2। सो ਇਹਦਾ 1.5, ठीक है, तो ਇਹਦਾ 5.5, ਇਹਦਾ ਕਾਮਨ ਲੈ ਲਓ। ਪਹਿਲਾ ਕਹਿੰਦਾ ਜੀ x 3/2 ਤੋਂ ਵੱਡਾ ਹੈ। ਆ ਸਾਰੇ ਰੀਅਲ ਨੰਬਰ ਆ ਗਏ, ਪਹਿਲੇ ਨੂੰ ਸੈਟੀਸਫਾਈ ਕਰਦੇ, ਦੂਜੇ ਨੂੰ ਸੈਟੀਸਫਾਈ ਕਰਦੇ ਕਿਹੜੇ ਆ? ਹਾਂਜੀ, x ਇੱਥੇ ਕਿਤੇ 11/2 ਹੋਊਗਾ, ਉਹ ਵੀ ਇਨਕਲੂਡਿਡ ਐਂਡ ਉਸ ਤੋਂ ਵੱਡੇ। ਕਾਮਨ ਕੀ ਆ ਗਿਆ ਬੇਟੇ? ਆ ਸਾਰੇ। ਸੋ 11/2 ਟੂ ਇਨਫਿਨਿਟੀ, ਇਹ ਸੋल्यूशन आ गया। ठीक है, सो बाकी नैक्सट प्रॉब्लम करते हैं। और अच्छा एग्जाम्पल देखो पुत्र कि मैं कहा कि फाइंड दी डोमेन log base 2 of log base 1/3 ऑफ मतलब मल्टीप्लाई नहीं, x की जगह आ सारा लिखा हुआ है, ठीक है, log x base 5। तो की समझाया सी कि जिन्ने फंक्शन है सारे डिफाइन होने, हरेक का इज्जत मान करना है। तो किन्ने लॉग है पुत्र? 3। पहला जो आ लॉग है, ये अंदर आर्गूमेंट की है x, तो मतलब x 0 तो वड्डा होना चाहिए, ये हो जाएगा तो आ खुश हो गया। हुण सैकेंड वाले ते आ जाओ, लॉग ऑफ दिस, ये पूरा ना आर्गूमेंट है, लॉग ਇਹਦੇ अंदर आ रखा है आर्गूमेंट है, बेस ਉਹਦਾ 1/3 है। ਇਹਦਾ मतलब सैकेंड की हो गया कि आ ਜਿਹੜਾ नंबर है, आ वाला जिते मार्कर घुमाया मैं, ये नंबर 0 तो हाँ जी ਵੱਡਾ होना चाहिए। ਇਹਦੇ ਨਾਲ ਕੀ ਹੋ ਗਿਆ? ਆ ਨੰਬਰ 0 ਤੋਂ ਵੱਡਾ, ਤੇ ਐਸ ਲੌਗ ਦੀ ਪ੍ਰੋਬਲਮ ਖਤਮ ਹੋ गई। ठीक है, तीजी इनइक्वालिटी की है पुत्र? तीजी है कि कंडीशन सॉरी, तो आ लॉग ਨੂੰ ठीक करने ਲਈ इस लॉग के अंदर आ सारा आर्गूमेंट, ठीक है। सो ये सारा आर्गूमेंट जो भी लिखा है ना, ਉਹ 0 ਤੋਂ ਵੱਡਾ ਚਾਹੀਦਾ। ਤੁਸੀਂ ਬਸ ਕੰਡੀਸ਼ਨਸ ਲਾਓ, ਬਾਕੀ ਹੁਣ ਕਰਨਾ ਕੀ ਹੈ? ਆ ਤਿੰਨੇ ਟਰੂ ਚਾਹੀਦੀਆਂ, ਇਹਦਾ ਮਤਲਬ ਪਹਿਲਾਂ ਇਹਨੂੰ ਸੋਲਵ ਕਰਾਂਗੇ, ਵਿਚ ਇਜ਼ ਆਲਰੇਡੀ ਡਨ। ਇਹਦੀ ਸੈਕਿੰਡ ਨੂੰ ਤੇ ਥਰਡ ਨੂੰ ਫਿਰ ਉਹਨਾਂ ਸਾਰਿਆਂ ਦਾ ਕਾਮਨ ਲੈ ਲਾਂਗੇ, ਇਹਨਾਂ ਤਿੰਨਾਂ ਫੰਕਸ਼ਨ ਤਿੰਨੇ ਡਿਫਾਈਨ ਹੋ ਜਾਣਗੇ, ਐਂਡ ਦੈਟਸ ਵਾਟ ਦਾ ਡੋਮੇਨ ਇਜ਼, ਹੈ ਨਾ। ਡੋਮੇਨ ਵੀ ਇਹੀ ਹੈ, ਉਹ ਰੀਅਲ ਵੈਲਿਊ ਆਫ ਐਕਸ ਦੀਆਂ ਜਿਸ ਸਾਰਾ ਫੰਕਸ਼ਨ ਡਿਫਾਈਨ ਹੋਵੇ। ਹੁਣ ਇਹ ਲਈ ਸੋਲਵ ਕਰ ਲਓ। जब सॉल्व करन लगे तो इनइक्वालिटी आ गई। सो लेट अस सॉल्व द इनइक्वालिटी। इनइक्वालिटी का पहला रूल, दोनों पासे बेस सेम कर लो। हुण इत्थे बेस कितना? 5 पुत्र, तो 1 आ 0 आ, 0 लिखो log 1 टू द बेस 5, ठीक है। log 1 0 होंदा, log 1 टू एनी वैलिड बेस इज 0, तो बेस 5 लिख लिया। हुण बेस एक तो वड्डा पुत्र तो साइन सेम होगा, x इज ग्रेटर दैन 1, आंसर आ गया। सो पहला सोल्यूशन आ गया। सैकेंड सोल्यूशन लई हाँ जी, अगेन इनू सॉल्व करना, सज्जे पासे की है बेटे? 0। अच्छा हुण इत्थे ख्याल नाल समझो, बेस log का 1/3 है, तो इनू 0 लिख लिया log 1 बेस 1/3, ठीक है। नाउ बेस दोनों का सेम हो गया, और बेस क्योंकि एक तो छोटा है तो साइन इनक्वालिटी का पलट जाएगा। हुण आ इहदा आर्गूमेंट है, आ इहदा, सो नाउ वी कैन से log x बेस 5 इधर नू ग्रेटर है, इधर नू हुण स्मॉलर हो जाएगा, ठीक है। आप इनू सॉल्व करना है, तो हुण नैक्सट स्टैप ते हाँ जी, इनू किवें सॉल्व करांगे? log x बेस 5, हाँ जी, फिर इनइक्वालिटी आ गई। 1 है, बेस 5 है, तो की लिखे log 5 टू द बेस 5, 5 एक तो वड्डा है, साइन सेम रहेगा, ठीक है। तो देयरफॉर इहदा आंसर आ गया x इज लैस दैन 5, आ इहदा सोल्यूशन आ गया पुत्र। सो तिन्ना कंडीशनां दा पहली दा आ गया आ x ग्रेटर दैन 0, सैकेंड दा आ, थर्ड दा हुण की करिए? इन्हां तिन्नां दा कॉमन ले लो, तो पहली दा सोल्यूशन है x लैस दैन 5, या थर्ड दा इनफैक्ट इहदे आ गया x 1 तो वड्डा, ठीक है, एंड x 0 तो वड्डा। तो हुण तिन्ने ही लाइनां कित्थे इकट्ठियां? आ वाले रीजन च। तो 1 to 5 ओपन इंटरवल, x बिलोंग्स टू 1,5, आ इहदी डोमेन आ गई इस फंक्शन की, ठीक है। आई होप क्लियर है। एंड बड़ा सौखा है अगर सिस्टमैटिकली चलो पुत्र, इट्स वेरी ईजी राइट। तो चलो होर जिवें आ देखो, एक मैं फाइंड दी डोमेन, पुराने फंक्शन भी इनवॉल्व कर लिए, ठीक है। मॉड वगैरह आई गैस तुसीं पढ़े, वो भी चलो इनवॉल्व कर ली। मॉड एक्स, ਇਹਦੀ डोमेन
ਇਸ ਫੰਕਸ਼ਨ ਦੀ मतलब कि log ਦੇ ਅੰਦਰ ਜੋ ਵੀ ਹੈ ਠੀਕ ਹੈ ਉਹ 0 ਤੋਂ ਵੱਡਾ ਚਾਹੀਦਾ। ਦੂਜਾ ਬੇਸ ਕੁਛ ਨਹੀਂ ਲਿਖਿਆ ਮਤਲਬ ਨੈਚੁਰਲ ਲੌਗ ਹੈ ਉਹ ਤੇ ਠੀਕ ਹੈ, ਤਾਂ ਬਸ ਇਹਨੂੰ ਸੋਲਵ ਕਰ ਲਈਏ ਗੱਲ ਖਤਮ। ਸੋ देयरफॉर 2 इज ग्रेटर देन mod x minus 1 या mod x minus 1 is less than 2। तो mod ਦੀ ਇਨਇਕੁਐਲਿਟੀ याद होनी कि mod x is less than a then x is lying between a and minus a। so therefore ਇਹਦਾ ਸੋਲੂਸ਼ਨ ਆ ਗਿਆ x ਜਿਹੜਾ ਆ is lying between 2 and minus 2 1 ऐड कर दियो ठीक है ਇਹਦਾ ਆंसर आ गया ठीक है। अच्छा ਇਹ ਨਹੀਂ ਸੋਚਣਾ ਕਿ ਸਰ ਨੈਗੇਟਿਵ ਨੰਬਰ ਆ ਗਿਆ, ਤੁਸੀਂ ਕਿਹਾ ਸੀ log ਦਾ 0 ਤੋਂ ਵੱਡੀ ਡੋਮੇਨ ਹੈ, x ਦੀਆਂ ਵੈਲਿਊ ਆਈਆਂ -1 ਤੋਂ 3, ਇਹ x ਦੀਆਂ ਵੈਲਿਊ ਜਦ ਇਹਦੇ 'ਚ ਰੱਖਾਂਗੇ ਇਹਦਾ ਆਹ ਰੈੱਡ ਸਰਕਲ ਦਾ ਜਿਹੜਾ ਆਂਸਰ ਹੈ ਉਹ ਹਮੇਸ਼ਾ 0 ਤੋਂ ਵੱਡਾ ਹੈ। ਇੱਕ ਇਹਦਾ ਸੋਲੂਸ਼ਨ ਹੈ ਐਸ ਇਨਇਕੁਐਲਿਟੀ ਦਾ, ਮਤਲਬ ਦਿਸ ਨੰਬਰ ਜਦ ਆਹ x ਦੀਆਂ ਵੈਲਿਊ ਰੱਖੋਗੇ ਆਹ ਵਾਲੇ ਨੰਬਰ ਨੇ 0 ਤੋਂ ਵੱਡਾ ਹੀ ਹੋਣਾ, ਉਹੀ ਇਹਦੇ ਅੰਦਰ ਹੈ ਠੀਕ ਹੈ। ਮਤਲਬ ਇਸ ਤੋਂ ਬਾਹਰ ਕੋਈ ਰੱਖੋਗੇ ਫਿਰ ਇਹਨੇ ਨੈਗੇਟਿਵ ਹੋ ਜਾਣਾ, ਤਾਂ ਆਹ ਤੁਹਾਡੀ ਡੋਮੇਨ ਆ ਗਈ। तो कोई भी पहली इनइक्वालिटी पुत्र ये तुसी इनकॉर्पोरेट कर सकते हो, जिवें मैं कहां चलो कल log x minus 1 दा स्क्वायर x minus 2 दा क्यूब x minus 3 दी पावर 4 ठीक है x minus 5 दी पावर 6 फाइंड दी डोमेन ठीक है। एक वेवी कर्व दा प्रॉब्लम है, तो इहदी डोमेन की है पुत्र log दे अंदर जिहड़ा पूरा आर्गूमेंट है दैट शुड बी हाँ जी व्हाट greater than 0। so for this function to define this should be greater than 0 ठीक है। और ये एक क्वेश्चन वे भी कर्व ਦਾ ਆ ਗਿਆ, ਇਹਨੂੰ ਆਪਾਂ ਸੋਲਵ ਕਰ ਲਈ। ਹਾਂਜੀ कर्व मैथड की ख्याल रखना ਹੁੰਦਾ, ਪਹਿਲਾਂ ਸਾਰਿਆਂ ਦੇ x ਦੇ ਅੱਗੇ प्लस प्लस है ਅੱਗੇ पॉजिटिव ਆ फिर रूट्स कर लो। हाँ जी x minus 1 ਨੂੰ 0 ਇਹ 1 ਆ ਗਿਆ, ਇਹਦੇ ਇਹਨੂੰ 0 2 ਇਹਨੂੰ 0 3 ਇਹਨੂੰ 0 5 है ना। और डिनोमीनेटर जिथे 0 हो रहा वो पॉइंट कदे भी नहीं आएगा, x की वैल्यू 5 कदे भी नहीं आनी, और इतने इक्वल टू 0 भी नहीं है, यदा मतलब 1 भी नहीं आना 2 भी नहीं आना तो 3 भी नहीं आना। तो आ सारे दे सारे हॉलो सर्कल आ गए है ना। हुण आपां कर्व बनाइए, लैट्स मेक द कर्व। हाँ जी इधरों आओ, यदि x माइनस 5 वाले फैक्टर की पावर ईवन है तो टच करके सेम साइड पर रह जाएगा। फिर 3 ते आ जाओ, यदि पावर 4 है ईवन है, अगेन टच करके सेम साइड पर रह जाएगा। x माइनस 2 का क्यूब है ऑड है तो क्रॉस कर जाएगा, और यदि ईवन है तो जिधर है कर्व उधर रह जाएगी। सो आ तुसी वे भी कर्व बना ली है ना। सो सानू चाहिए वो x दी वैल्यू जिथे ए आंसर 0 तो वड्डा होवे, मतलब आ वाला ठीक है। तो आ ते नैगेटिव वाले, तो 0 तो वड्डा कित्थे आ गया बेटे 2 तो 3 3 तो 5 ते 5 टू इनफिनिटी, या सीधा कर लो 2 तो इनफिनिटी विच किहड़े पॉइंट छड्डे आ 2 ते छड्ड दिता है ना, ओपन ले लिया 2 तो इनफिनिटी ते 3 ते 5 छड्डने आ एक्सेप्ट 3 एंड 5 ठीक है। आधा आंसर आ गया ठीक है बेटे। ते लैट्स डू मोर प्रॉब्लम्स, इन्ना जिहड़े पुराने कुछ आए वो भी हो जाऊगे। क्वेश्चन की है लॉग एक फंक्शन है एक डिनोमीनेटर है, तो दो फंक्शन हो गए, एक तो हो गया लॉग डिफाइन हो, तो लॉग के अंदर आ जिहड़ा नंबर है ये 0 तो वड्डा हो ठीक है, एंड नाल दी नाल डिनोमीनेटर 0 नहीं चाहिए, तो एक्स स्क्वायर प्लस 3x प्लस 2 0 नहीं चाहिए। तो फाइनली आंसर की आ गया, मतलब आ भी ट्रू करना तो आ की कहना -3 तो वड्डा, -3 टू इनफिनिटी च वो एक्स दी वैल्यू छड़ दो जिथे आ 0 हो रहा। हाँ जी ये कितने 0 हो रहा है, फैक्टर बना लो, ये थोड़े को आ रहा है x इक्वल टू -2 एंड -1 ठीक है। ये फैक्टर बन गए ना पुत्र x प्लस 2 एंड x प्लस 1 इक्वल टू 0 लिए पहले सॉल्व कर लो। इक्वल टू 0 कितने कितने आएगा एना पॉइंट पे, सो ये वाले पॉइंट नहीं चाहिए थे, x की वैल्यू -1 ते -2 छड़ दो, तो आंसर क्या आ गया -3 टू इनफिनिटी, -2 भी नहीं चाहिए तो वो -1 भी नहीं, सो -3 टू इनफिनिटी एक्सेप्ट विच -1 एंड -2 ठीक है। उन्होंने तुसी ऐदा भी लिख सकते हो एवं पा सकते हो ठीक है। आ गया ऑप्शन।
ठीक है। फंक्शन च जिन्ने फंक्शन है डिफाइन करने सारे। ओके, ਇਹਦੇ ਚ ਦੋ फंक्शन है पुत्र, एक तो आ वाला प्लस एक आ लिखा ना log x क्यूब माइनस x टू द बेस 10। ਤੇ ਹੁਣ ਕੀ ਕਰੀਏ, पहले फंक्शन ਨੂੰ डिफाइन करो। ਇਹਦੇ ਵਾਸਤੇ ਕੀ ਹੈ, डिनोमिनेटर 0 नहीं चाहिए, मतलब एक्स स्क्वायर 4 के बराबर ना होवे, x शुड नॉट इक्वल टू 2 एंड -2। तो मतलब फाइनल आंसर जो 2 भी कट देना तो -2 भी। सेकंड आ गया लॉग, बेस ते 10 है, नो प्रॉब्लम। तो ये मतलब आड़ा आर्गूमेंट है फॉर दिस टू डिफाइन एक्स क्यूब माइनस एक्स शुड बी ग्रेटर देन 0। तो इनइक्वालिटी आ गई, उन्होंने सॉल्व कर ली। हाँ जी, एक्स कॉमन, एक्स स्क्वायर माइनस 1 इज ग्रेटर देन 0। हाँ जी, इन्हों फिर फैक्टराइज कर लो आगे, एक्स माइनस 1 इंटू, ठीक है, शुड बी ग्रेटर देन 0। सो लेट अस सॉल्व दिस इनइक्वालिटी। ठीक है, सो 0 पुट करो, 0 आ गया, इनू 0 1 आ गया, इनू -1 ते लेट्स मेक दैट कर्व। ठीक है, इत्थों क्योंकि सारे की पावर ऑड ही है, आल्टरनेट क्रॉस कर जूगा। ठीक है, ओके। हुण चाहिए कि वो एक्स चाहिए जिते आ वाली एक्सप्रैशन 0 तो वड्डी, पॉजिटिव वाला पार्ट आ वाला, क्योंकि इक्वल टू 0 भी नहीं है तो आ हॉलो आने हैं सारे तिने फैक्टर। तो आंसर क्या आ गया, -1 टू 0। ठीक है, यूनियन 1 टू इन्फिनिटी। बट वो चों 2 भी कढ़ना है तो -2 भी। गल समझ आ रही, आ भी ट्रू चाहिए एंड आ भी, तो -2 भी कढ़ना है। -2 तो बेटे -1 टू 0 जिते -2 इत्थे किते वो तो वैसे ही निकल गया, 2 इत्थे किते आना ना एक दे बाद। तो एवें लिख लो -1 टू 0 यूनियन, या तो कर दो 1 टू इन्फिनिटी, वो 2 माइनस कर दो। बट लुकिंग एट द ऑप्शन दैट इज 1 टू 2। ठीक है, 1 टू 2 को क्या करना है ना बेटे, यूनियन 2 टू इन्फिनिटी। ठीक है, थोड़ा आंसर आ गया, राइट। सो ये ऑप्शन आ गया थोड़ा। ओके, नैक्सट देखो की कहता कि डोमेन ऑफ द फंक्शन स्क्वायर रूट है। तो पहला इनू वेखो, स्क्वायर रूट के अंदर वट एवर वी हैव दिस शुड बी ग्रेटर देन इक्वल टू 0। ठीक है, तो पहले का आंसर आ गया एक्स इज ग्रेटर देन इक्वल टू -2। सेकंड की है लॉग डिफाइन करिए। लॉग डिफाइन कद होएगा तो आ वाला नंबर 1 माइनस एक्स शुड बी ग्रेटर देन 0, मतलब एक्स इज लेस देन 1। दूजा हो गया। तीजा की है आ डिनोमिनेटर। सो आ डिनोमिनेटर 0 नहीं होना चाहिए, जिथे 0 वो छड़ दो। और लॉग समथिंग 0 कद होंगे, लॉग 1 0 होंगे। तो लॉग 1 इसका मतलब आ वाला नंबर टोटल जो है ना आर्गूमेंट 1 माइनस एक्स, ए 1 नहीं होना चाहिए। सो थर्ड कंडीशन आ गई, समझ आ रही गल बेटे, आ आर्गूमेंट 1 नहीं होना चाहिए। ये क्यों लाई है, बिकॉज ये डिनोमिनेटर है पुत्र, ये डिनोमिनेटर 0 हो रहा है, डिनोमिनेटर 0 नहीं चाहिए। सो ये थोड़े को आ गया एक्स की वैल्यू 0 ना होवे। सो हुण तिन्ना दा कॉमन ले लो। पहली इनइक्वालिटी आ यदि -2 एक्स वड्डा या बराबर, दूजी है एक्स 1 या 1 तो छोटा, तीजी है एक्स जो मर्जी होवे बट 0 ना होवे। सो ऑल रियल नंबर एक्सेप्ट 0। सो आ नहीं चाहिए। ठीक है, तो बेसिकली की हो गया -2 टू 1। ठीक है, 1 ओपन एक्सेप्ट 0, या -2 टू 0। ठीक है, 0 नहीं लेना, यूनियन 0 टू 1। आ दोनों सेम आंसर। ठीक है, ओके। डोमेन वंस अगेन, ठीक है। ਇਹਦੇ 'ਚ ਕਹਿੰਦਾ ਕਿ ਦੋ ਫੰਕਸ਼ਨ ਹੈ, ਇੱਕ ਪੁੱਤਰ ਅੰਡਰ ਰੂਟ ਹੈ। ਪਹਿਲਾਂ ਅੰਡਰ ਰੂਟ ਨੂੰ ਸਮਿਟੀ, ਤਾਂ ਅੰਡਰ ਰੂਟ ਦੇ ਅੰਦਰ ਆ ਜੋ ਵੀ ਹੈ ਇਹ ਨੰਬਰ, ਠੀਕ ਹੈ, 0 ਜਾਂ 0 ਤੋਂ ਵੱਡਾ ਹੋਵੇ। ਠੀਕ ਹੈ, ਬਿਕਾਜ਼ ਅੰਡਰ ਰੂਟ 'ਚ 0 ਵੀ ਚੱਲ ਸਕਦਾ ਨਾ। ਅੱਛਾ, ਇਹਨਾਂ ਅੰਡਰ ਰੂਟ ਦੀ ਪ੍ਰੋਬਲਮ ਖਤਮ ਹੋ ਜਾਏਗੀ। ਫਿਰ ਬਚੀ ਲੌਗ ਦੀ। ਲੌਗ ਲਈ ਕੀ ਹੈ ਕਿ ਲੌਗ ਦਾ ਜਿਹੜਾ ਆਰਗੂਮੈਂਟ ਹੈ ਆ ਵਾਲਾ, ਹੈ ਨਾ, ਲੈਟਸ ਨਾਓ ਲੁੱਕ ਐਟ ਲੌਗ ਪਾਰਟ। ਆ ਜਿਹੜਾ ਨੰਬਰ ਹੈ, ਦਿਸ ਨੰਬਰ 5x minus x square by 4 should be what, greater than 0। सो आ दोनों
ਕੰਡੀਸ਼ਨਾਂ ਦਾ ਕਾਮਨ ਲੈ ਲਾਂਗੇ, ਉਹ ਸਾਡੀ ਡੋਮੇਨ ਆ ਜਾਏਗੀ। ਸੋ ਲੈਟਸ ਸੋਲਵ ਦਿਸ। ਹਾਂਜੀ, ਇਸ ਇਨਕੁਐਲਿਟੀ ਨੂੰ ਸੋਲਵ ਕਰਦੇ ਹਾਂ। ਹਾਂਜੀ, ਕਿਵੇਂ ਕਰੀਏ? ਸੱਜੇ ਪਾਸੇ 0 ਹੈ ਤੇ 0 ਨੂੰ ਕੀ ਕਰੀਦਾ? log 1 to the base 10, ਠੀਕ ਹੈ, ਬਿਕੋਜ਼ log 1 is 0। ਹੁਣ ਬੇਸ 1 ਤੋਂ ਵੱਡਾ ਹੈ ਤੇ ਸਾਈਨ ਸੇਮ ਰਹੇਗਾ, ਤਾਂ 5x minus x square by 4 is greater than equal to 1, ਠੀਕ ਹੈ। ਅੱਛਾ, ਹੁਣ ਇੱਥੇ ਮੈਂ ਇਹਨੂੰ ਸੋਲਵ ਕਰ ਲੂੰਗਾ, ਆਂਸਰ ਆ ਜਾਏਗਾ S1, ਇਹਨੂੰ ਸੋਲਵ ਕਰ ਲੂੰਗਾ, ਆਂਸਰ ਆ ਜਾਏਗਾ S2, ਫਿਰ ਮੈਂ S1 S2 ਦਾ ਕਾਮਨ ਲੈ ਲੂੰਗਾ, ਉਹ ਆਂਸਰ ਆ ਜਾਏਗਾ। ਬਟ ਵੈਸੇ ਥੋੜਾ ਦੇਖੋ, ਇੱਥੇ ਕਾਮਨ ਲੈਣ ਦੀ ਵੀ ਲੋੜ ਨਹੀਂ। ਆ ਦੇਖੋ ਨਾ, ਉਹ ਕਹਿੰਦਾ ਕਿ ਇਸ ਕੰਡੀਸ਼ਨ ਨੂੰ ਸੈਟੀਸਫਾਈ ਹੋਣ ਲਈ ਆਹ ਵਾਲਾ ਨੰਬਰ 1 ਜਾਂ 1 ਤੋਂ ਵੱਡਾ ਹੋਵੇ। ਇਹ 'ਚ ਕਹਿ ਰਿਹਾ ਕਿ ਆਹ ਨੰਬਰ 0 ਤੋਂ ਵੱਡਾ ਹੋਵੇ। ਤਾਂ ਅਗਰ ਆਹ ਸੈਟੀਸਫਾਈ ਹੋ ਗਈ, ਮਤਲਬ ਅਗਰ ਆਹ 1 ਤੋਂ ਨੰਬਰ ਵੱਡਾ ਆ ਗਿਆ, ਤਾਂ ਜੇ 1 ਤੋਂ ਵੱਡਾ ਤੇ ਆਹ 0 ਤੋਂ ਤਾਂ ਵੱਡਾ ਹੋਏਗਾ ਹੋਏਗਾ। ਮਤਲਬ ਕੀ ਕਹਿੰਦਾ ਕਿ ਅਗਰ ਤੁਸੀਂ ਦੋਨਾਂ ਨੂੰ ਸੋਲਵ ਕਰਕੇ ਕਾਮਨ ਲਓਗੇ ਤਾਂ ਆਂਸਰ ਉਹੀ ਆਏਗਾ ਜਿਹੜਾ ਇਹਦੇ ਵਾਲਾ, ਕਿਉਂਕਿ ਅਗਰ ਆਹ ਟਰੂ ਹੈ ਤੇ ਆਹ ਤੇ ਆਟੋਮੈਟਿਕਲੀ ਟਰੂ ਹੈ, ਠੀਕ ਹੈ। ਤਾਂ ਇਸ ਕਰਕੇ ਆਪਾਂ ਇਹਨੂੰ ਹੀ ਸੋਲਵ ਕਰ ਲਈ। ਜੇ ਨਹੀਂ ਯਕੀਨ ਤੇ ਉਹਨੂੰ ਵੀ ਸੋਲਵ ਕਰੋਗੇ ਤੇ ਨਾ ਕਾਮਨ ਲਓਗੇ, ਆਹੀ ਆ ਜਾਏਗਾ, ਠੀਕ ਹੈ। ਜੇ ਐਦਾਂ ਕੁਝ ਨਾ ਹੁੰਦਾ ਇਹੋ ਜਿਹਾ ਤੇ ਫਿਰ ਕਾਮਨ ਲੈਂਦੇ, ਨੋ ਪ੍ਰੋਬਲਮ। ਤਾਂ ਹੁਣ ਆ ਕਿੰਨਾ ਆ ਗਿਆ? 5x minus x square is greater than equal to 4, ठीक है। 4 पॉजिटिव नंबर है, क्रॉस मल्टीप्लाई करता है x square minus 5x plus 4 is less than equal to 0, so x minus 1 and x minus 4 is less than equal to 0, so x belongs to close 1 comma 4, ठीक है। आ डोमेन आ गई थोड़ी, राइट, ठीक है पुत्र। सो ये आंसर आ गया। ਸੈਕਿੰਡ ਨੂੰ ਵੈਸੇ ਚੈੱਕ ਕਰਿਓ, ਹੈ ਨਾ, ਉਹ ਦੇਖੋਗੇ ਤੁਸੀਂ ਉਹਦਾ ਇਹਦਾ ਸੋਲੂਸ਼ਨ ਹੀ ਆਂਸਰ ਆ ਜਾਏਗਾ। ਅੱਛਾ, ਇਹ 'ਚ ਦੇਖੋ ਕਹਿੰਦਾ log ਬ੍ਰੈਕਟ ਸਟਾਰਟ, ਇਹਦਾ ਮਤਲਬ log ਦੇ ਅੰਦਰ ਹੈ ਸਾਰੀ ਕਹਾਣੀ। तो for this log to valid, this number log x square minus 5 log x plus 6 should be greater than 0, ठीक है। इन्ना की हो गया, आ वाला बाहर वाला log ठीक हो गया। अंदर देखो, अंदर log x है, तो आ ਜਿਹੜੇ ਦੋਨੋਂ log है ਇਹਨਾਂ ਨੂੰ ਖੁਸ਼ ਕਰਨ ਲਈ ਕੀ ਹੈ? x should be greater than 0, ਬਟ ਗੱਲ ਖਤਮ। तो ਇਹਨੂੰ ਸੋਲਵ ਕਰ ਲਈਏ ਤੇ ਇਹਨੂੰ ਕਾਮਨ ਲੈ ਲਾਂਗੇ। ਅੱਛਾ, ਇਹਦੇ 'ਚ ਹੁਣ ਦੇਖੋ ਤੇ ਇੱਕ ਬਿਲਕੁਲ ਸਿੰਪਲ ਜੀ ਇਨਇਕੁਐਲਿਟੀ ਹੈ ਨਾ, ਦੇਖੋ log x ਨੂੰ t ਪੁੱਟ ਕਰ ਲਓ। ਅਗਰ ਕੋਈ ਫੰਕਸ਼ਨ ਹੋਵੇ ਨਾ, ਜਿਵੇਂ ਤੇ log ਦੇ ਅੰਦਰ ਆ, ਤੇ ਉਹਨੂੰ t ਪੁੱਟ ਕਰਕੇ ਸਿੰਪਲੀਫਾਈ ਕਰ ਲਈ, ਹੈ ਨਾ। t square minus 5t plus 6 is greater than 0, ठीक है, that is t minus 2 and t minus 3 is greater than 0। तो की करीदा ਹੁੰਦਾ ਹੁਣ ਇੱਥੇ t ਦਾ ਸੋਲੂਸ਼ਨ ਕੱਢ ਲਓ। ਆ ਇੱਕ ਚੀਜ਼ ਖਿਆਲ ਨਾਲ ਸੁਣੋ। ਸੋ t ਦਾ ਸੋਲੂਸ਼ਨ ਕੱਢ ਲਿਆ, ਆ ਗਿਆ 2, ਆ ਗਿਆ 3, ਠੀਕ ਹੈ। ਤੇ ਪੋਜ਼ਿਟਿਵ ਨੈਗੇਟਿਵ ਪੋਜ਼ਿਟਿਵ, ਉਹ ਚਾਹੁੰਦਾ ਕਿ ਦਿਸ ਥਿੰਗ ਸ਼ੁੱਡ ਬੀ ਵਟ ਗ੍ਰੇਟਰ ਦੈਨ 0। ਕਿੱਥੇ ਕਿੱਥੇ ਹੋਏਗਾ? ਇੱਥੇ ਤੇ ਦੂਜਾ ਆਂਸਰ ਇੱਥੇ, ਠੀਕ ਹੈ। तो ਆਂਸਰ ਕੀ ਆ ਗਿਆ? ਅੱਛਾ, ਹੁਣ ਮੈਂ ਇੱਦਾਂ ਨਹੀਂ ਲਿਖ ਰਿਹਾ ਇਹਨੂੰ ਕਿ -∞ to 2 3 to infinity, ਬਿਕੋਜ਼ ਹਾਲੇ ਮੈਂ x ਵਾਸਤੇ ਵੀ ਸੋਲਵ ਕਰਨਾ। ਤਾਂ ਇਹ ਆਂਸਰ ਕਿਹਦਾ ਪੁੱਤਰ? t ਦਾ। ਆਂਸਰ ਕੀ ਆਇਆ? ਆਹੋ, ਓਪਨ ਹੈ, ਆਂਸਰ ਆ ਗਿਆ t ਜਿਹੜਾ ਹੈ। ਹਾਂਜੀ, 2 ਤੋਂ ਅਗਰ ਛੋਟਾ ਹੋਵੇ ਇਹ ਵੀ ਸੈਟੀਸਫਾਈ ਕਰੇਗਾ। ਆ t ਦਾ ਆਂਸਰ ਹੈ ਨਾ ਬੇਟੇ। t ਲੈਸ ਦੈਨ 2 ਇਹ ਵੀ ਆਂਸਰ ਹੈ, ਪਲੱਸ ਮਤਲਬ ਔਰ ਆ ਵੀ ਆਂਸਰ ਸਾਡਾ, ਇਸ ਕਰਕੇ ਔਰ ਪਾਇਆ। ਔਰ ਹਾਂਜੀ, t ਜਿਹੜਾ ਹੈ 3 ਤੋਂ ਵੱਡਾ ਹੋਵੇ। ਤਾਂ ਇਹਨੂੰ ਜੇ ਹਲੇ log ਵਾਸਤੇ ਵੀ ਸੋਲਵ ਕਰਨਾ, x ਵਾਸਤੇ ਵੀ, ਤੇ ਇਹਨੂੰ ਐਵੇਂ ਲਿਖ ਲਿਆ। ਹੁਣ ਆ ਜਿਹੜੀ ਵੈਲਿਊ ਹੈ t ਦੀ, ਇੱਥੇ ਪੁੱਟ ਕਰ ਦਿਓ। तो ਇਹਨੂੰ ਸੋਲਵ ਕਰ ਲਓ, ਔਰ ਮਤਲਬ ਯੂਨੀਅਨ, ਇਹਨੂੰ ਸੋਲਵ ਕਰਕੇ ਆਂਸਰ ਐਡ ਕਰ ਦਾਂਗੇ। ਔਰ ਸਮਝ ਆਉਣਾ ਚਾਹੀਦਾ ਕਿਉਂ? ਕਿਉਂਕਿ ਆਪਾਂ ਇੱਥੇ t ਦਾ ਆਂਸਰ ਕੀ ਹੈ ਕਿ ਆ ਵੀ ਸੋਲੂਸ਼ਨ ਹੈ t ਦਾ, ਪਲੱਸ ਆ ਵੀ ਹੈ। ਤਾਂ ਇਹਨੂੰ ਅਸੀਂ ਐਵੇਂ ਲਿਖਤਾ, ਇਹਨੂੰ ਐਵੇਂ ਲਿਖਤਾ, t is less than 2 ਔਰ t is greater than 3, ਬਿਕੋਜ਼ ਐਡ ਕਰਕੇ ਸਾਡਾ ਸੋਲੂਸ਼ਨ ਹੈ। ਐਵੇਂ ਕਿਉਂ ਲਿਖਿਆ? ਕਿਉਂਕਿ ਆਪਾਂ ਹਲੇ x ਵਾਸਤੇ ਵੀ ਸੋਲਵ ਕਰਨਾ। ਫਿਰ t ਦੀ ਵੈਲਿਊ ਇੱਥੇ ਪੁੱਟ ਕਰ ਦਾਂਗੇ, ਇੱਥੇ ਇੱਥੋਂ x ਸੋਲਵ ਕਰ ਲਾਂਗੇ, और ਜਿਹੜਾ आंसर आया और मतलब यूनियन कर देंगे। सो लेट अस पुट द वैल्यू ऑफ t, t इज इक्वल टू log x, ठीक है। सो t ਦੀ ਵੈਲਿਊ ਇੱਥੇ log x ਪੁੱਟ ਕਰ ਦਿਓ। ਐਂਡ ਮੋਰ ਓਵਰ ਇੱਦਾਂ VV ਕਰਵ 'ਚ ਇੱਦਾਂ ਕੋਈ ਹੋਰ ਫੰਕਸ਼ਨ ਹੋਵੇ ਜਿਵੇਂ t ਪੁੱਟ ਕੀਤਾ, ਤੇ ਪਹਿਲਾਂ ਉਹ ਲਈ ਸੋਲਵ ਕਰ ਲਓ, ਫਿਰ ਅੱਗੇ ਉਸ ਫੰਕਸ਼ਨ ਲਈ ਸੋਲਵ ਕਰ ਲਓ। ਸੋ ਨਾਓ log x is less than 2 और log x is greater than 3। नाउ बेस कुछ नहीं लिखा, मतलब बेस कितना पुत्र e, ठीक है। अब बेस e है,
इधर भी बेस ही है, तो हुण बेस सेम बनाओ, तो इत्थों लिखो log e टू द बेस ई, इधर भी log e टू द बेस ई, इनू ऊपर ले जाओ। सो देयरफॉर आ गया log ऑफ, हाँ जी वट, ई स्क्वायर बेस ई और log of x to the base e is greater than log of e cube to the base e। अच्छा ਇਹਦਾ आंसर क्या है पुत्र, ਇਹਦਾ आंसर आ गया क्योंकि बेस e है, एक तो ਵੱਡਾ है, साइन सेम रहेगा, तो आंसर आ गया x इज लेस देन e स्क्वायर, ठीक है, और x इज ग्रेटर देन e क्यूब। आ ਇਹਦਾ सोल्यूशन आ गया राइट। सो ਹੁਣ आ ਸਾਡਾ सोल्यूशन आ गया ਇਹਦਾ। एंड होर किहड़ा कॉमन लेना सी, सिर्फ आ वेखना कि जीरो तो वड्डा, तो लेट अस टेक देयर कॉमन, ठीक है। वंस अगेन दो ही सीगे ना इनक्वालिटी, एक आ वाली सीगी और एक आ ग्रेटर देन जीरो वाली। इदा तो सॉल्व कर ही ले नीचे, नहीं तो वो एक्स लेना है ਜਿਹੜੇ जीरो तो ਵੱਡੇ है। सो ਇਹਨੂੰ प्लॉट करते हैं, तो ਇਹਦਾ आ गया एक्स इज ਲੈਸ देन ई स्क्वायर, और या एक सोल्यूशन है तो एक लेवल ते प्लॉट होएगा, एक्स इज ग्रेटर देन ई क्यूब, एक आंसर आ गया। सैकेंड की जगह एक्स शुड बी ग्रेटर देन जीरो, जीरो या जीरो तो ਵੱਡਾ, तो कॉमन की आ गया दिस प्लस दिस, तो जीरो टू ई स्क्वायर, क्योंकि ई 2.71 है, यदी वैल्यू बेटे पॉजिटिव है राइट, यूनियन ई क्यूब टू इन्फिनिटी, ठीक है। आज आंसर आ गया, आई होप आ क्लियर है। और तो एक चीज़ होर सीखो कि इतने log x की बजाय कोई होर फंक्शन भी होवे तो उन्होंने टी पुट करके वी कर्व ਲਈ सॉल्व कर लो, और टी ਲਈ ਤੁਸੀਂ सोल्यूशन ਕੱਢ ਲਿਆ, और ਉਹਦੇ बाद टी की वैल्यू प्लग इन कर दो, टी की वैल्यू प्लग इन की, फिर ਜਿਹੜੀ भी इनइक्वालिटी ਉਹਨੂੰ सॉल्व कर लो, ठीक है पुत्र। जिदा मैं एक होर क्वेश्चन बनादा इत्थों, आ वेखो कि इफ आई से के y इक्वल टू log of, let's say log x to the base 2 minus 1 and log x to the base 2 4 minus, ठीक है। फाइंड द डोमेन, ठीक है, की है log दे अंदर ऐसा log of this whole thing, तो आ हो गया राइट। तो हुण ਇਹਦਾ मतलब आ पूरा नंबर जिहड़ा है जीरो तो वड्डा होवे, ठीक है, log x to the base 2 minus 1 and 4 minus log x to the base 2 should be what, greater than 0। इन्ना ਇਹਨੂੰ प्रॉब्लम खत्म हो गई। दूजी गल, अंदर दो log है आ वाले, ਇਹਦੇ ਲਈ ਤੇ आ x 0 ਤੋਂ ਵੱਡਾ ਹੋ ਜਾਏ ਤੇ अंदर वाले दोनों log ठीक हो गए। ਹੁਣ ਆਪਾਂ ਇਹਨੂੰ सॉल्व करना है राइट। इफ यू सी log x to the base 2 ਨੂੰ t पुट कर लो, तो आ गया t minus 1 इंटू 4 minus t should be greater than 0। वी का हाले लगना नहीं क्योंकि t का कोफिशिएंट पॉजिटिव चाहिए, इत्थों माइनस कॉमन कढो, ठीक है, 4 minus t minus 4 should be greater than 0। हाले तो कॉमन ही कढ़े, हाले साइन ही चेंज करना, ठीक है। हुण माइनस ना थ्रू आउट मल्टीप्लाई कर दो, नैगेटिव नंबर ना मल्टीप्लाई करांगे, साइन चेंज हो गया, ठीक है, आ गया। हुण इहदे वास्ते सॉल्व कर लो, एक आ गया 1, एक आ गया 4 पॉजिटिव, इत्थे नैगेटिव चाहिए बिकॉज दिस इज लैस दैन 0 है ना। कितने लैस दैन 0 आ गया, टी का सोल्यूशन है, टी आ गया बेटे 4 तो लैके 1 दे विच, टी शुड बी लाइंग बिटवीन 1 एंड 4। सो तुसी टी ਲਈ ਕੱਢ ਲਿਆ, ਹੁਣ टी की वैल्यू आ वाली ਇੱਥੇ प्लग कर दो, ठीक है। नाउ वी आर गोइंग टू सॉल्व फॉर x, सो लेट्स सॉल्व फॉर x, log x बेस 2, ठीक है, हाँ ठीक है पुत्र। तो हुण अच्छा इनू एक तो कई बार बच्चे सॉल्व करते कि सर इसको अलग से सॉल्व कर लें, इसको अलग से फिर एंड ले लें, वो तरीका होंदा ही है, बट ਇਹਦੇ 'ਚ सीधा भी सॉल्व हो जाना। वेखो किवें, वेट आ वेखो इदां इनइक्वालिटी सॉल्व करनी है, तो इत्थे 1 बेस कितना 2 आ हो गया log 2 बेस 2, इधर भी log बना लो, log of 2 to the base 2। हुण बेस
ਚਾਰੇ ਪਾਸੇ ਸੇਮ ਹੈ ਤਿੰਨੇ ਪਾਸੇ ਤੇ ਸਾਈਨ ਸੇਮ ਰਹੇਗਾ। ਮਤਲਬ ਭਾਵੇਂ ਇੱਦਾਂ ਸਿੰਗਲ ਇਨਕੁਐਲਿਟੀ ਹੋਵੇ ਭਾਵੇਂ ਡਬਲ, तो क्योंकि इंक्रीजिंग है ना, ਜਿਹੜਾ ਨੰਬਰ ਸਭ ਤੋਂ ਵੱਡਾ ਉਹਦਾ log ਸਭ ਤੋਂ ਵੱਡਾ, ਫਿਰ ਮਿਡਲ ਵਾਲੇ ਦਾ ਫਿਰ ਤੀਜੇ ਦਾ। तो अगर बेस एक तो ਵੱਡਾ ਤਾਂ साइन सेम, तो ਅੱਗੇ 1 ਹੈ ਬਿਲਕੁਲ ਠੀਕ ਹੈ, ਇੱਥੇ 1 ਹੈ, अब 4 ਇੱਥੇ ਚੱਕ ਦੋ। सो आ गया log 2 to the base 2 less than log x to the base 2 log 2 the power 4 16 to the base 2। now because base एक तो ਵੱਡਾ है, साइन सेम आ गया, तो आंसर आ गया 2 less than x is less than 16। ठीक है, अगर मान लो आप बेस एक तो छोटा होंगे फिर आप दोनों साइन घुमा देंगे। ठीक है, तो ये ਇਹਦਾ आंसर आ गया। और एक देखना सी कि x 0 तो ਵੱਡੇ ਲੈਣੇ और ये सारे नंबर 0 तो ਵੱਡੇ ही है, तो आही ਤੁਹਾਡਾ सोल्यूशन आ गया। सो x बिलोंग्स टू ओपन 2,16 डोमेन आ गई। ठीक है बेटे, आई होप इन्नी गल क्लीयर है बेटे। अच्छा एक नोट बेटे लिखियो कि ਜਿਹੜੇ ਤੁਹਾਡੇ ਸਟੈਂਡਰਡ ਫੰਕਸ਼ਨ ਹੈ ਨਾ ਪੁੱਤਰ, 6 ਤੇ ਉਹਨਾਂ 'ਚੋਂ ਹੈਗੇ ਆ ਟ੍ਰਿਗਨੋਮੈਟ੍ਰਿਕ ਫੰਕਸ਼ਨ ਹੈ ਨਾ, ਮਤਲਬ ਜਿਨ੍ਹਾਂ ਦੀ ਡੋਮੇਨਸ ਤੁਹਾਨੂੰ ਰੇਂਜਸ ਯਾਦ ਹੋਣੀਆਂ ਚਾਹੀਦੀਆਂ। ਸਾਈਨ ਕੋਸ ਟੈਨ ਕੋਟ ਸੀਕੈਂਟ ਕੋਸੀਕੈਂਟ, ਉਹਦੇ ਬਾਅਦ ਲੌਗ ਹੋ ਗਿਆ ਹੈ ਨਾ, ਮੋਡ ਹੋ ਗਿਆ, ਐਕਸਪੋਨੈਂਸ਼ੀਅਲ ਹੋ ਗਿਆ, ਗ੍ਰੇਟੈਸਟ ਇੰਟੀਜਰ ਹੈ, ਤੇ 6 ਹੁੰਦੇ ਆ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ। ਉਹ ਸਿਰਫ ਦੱਸ ਰਿਹਾ ਜਸਟ ਡੋਮੇਨ ਯਾਦ ਹੋਵੇ, ਬਾਕੀ +2 'ਚ ਪ੍ਰੋਪਰ ਚੈਪਟਰ ਆ ਉੱਥੇ ਪੜ੍ਹਾਂਗੇ, ਜਸਟ ਡੋਮੇਨ ਵਾਲਾ ਪਾਰਟ ਯਾਦ ਹੋਵੇ। ठीक है, कि इदा लिखते हैं साइन इनवर्स एक्स, साइन इनवर्स ये रेसिप्रोकल नहीं, इन्हू साइन इनवर्स कहते हैं राइट। तो ये जोड़ा फंक्शन है तो कॉस इनवर्स एक्स, इन्हों दोनों की डोमेन, डोमेन मतलब कि एक्स दी वैल्यूज तुसी अलाउड है पुट करनी है। हाँ जी, एक्स शुड लाई बिटवीन 1 एंड -1, मतलब चेते हो जे कितने क्वेश्चन आई जाए ना, तो यू शुड नो कि साइन इनवर्स के अंदर जो नंबर जाएगा that should lie between 1 and -1 and that is very easy to understand। तो इनवर्स होंदा है, इनू एक एंगल इनू इधर ले जाओ, जस्ट समझ लो थोड़ा जिहा। तो साइन थीटा इक्वल टू एक्स आ गया, तुहानूं पता कुछ भी एंगल थीटा पुट करांगे साइन का जिहड़ा आंसर आएगा वो तो 1 और -1 दे विच ही आएगा, वही एक्स इत्थे। तो देयरफॉर साइन इनवर्स एक्स ते कॉस इनवर्स एक्स डोमेन की है -1 to 1। ठीक है, इदां टैन इनवर्स एक्स ਤੇ cot ਇਨਵਰਸ x ਦੀ ਡੋਮੇਨ ਹੈ ਆਲ ਰੀਅਲ ਨੰਬਰ, ਜੋ ਮਰਜ਼ੀ ਪੁੱਟ ਕਰੀ ਜਾਓ, ਇਹਨੂੰ ਕੋਈ ਇਤਰਾਜ਼ ਨਹੀਂ। ਇੱਦਾਂ ਹੀ ਸੀਕੈਂਟ ਇਨਵਰਸ x ਤੇ ਕੋਸੀਕੈਂਟ ਇਨਵਰਸ x ਦੀ ਡੋਮੇਨ ਹੈ 1 -1 ਦੇ ਬਾਰ-ਬਾਰ। ਠੀਕ ਹੈ, that is like -infinity to -1 ਯੂਨੀਅਨ 1 to infinity। ਤੇ ਇਹਨੂੰ ਤੁਸੀਂ ਇੱਦਾਂ ਵੀ ਲਿਖ ਸਕਦੇ ਹੋ ਕਿ ਮੋਡ ਆਫ ਦਿਸ ਨੰਬਰ, ਠੀਕ ਹੈ, ਜੋ ਵੀ ਹੈ that should be less than equal to 1, ਕਿਉਂਕਿ ਇਹਦਾ ਆਂਸਰ ਆਹੀ ਹੈ। और इनू तुसी लिख सकते हो मॉड ऑफ एक्स इज ग्रेटर दैन इक्वल टू 1। ठीक है, मतलब अगर एक लाइन च याद करना हो, इत्थे -1 इत्थे 1, साइन इनवर्स एक्स की जी डोमेन है तो कॉस इनवर्स एक्स की डोमेन वो हैगी है 1 और -1 के विच इत्थे है ना, और 1 और -1 के बार-बार इत्थे -infinity to -1 तो 1 to infinity, ये डोमेन है सीकेंट इनवर्स से कोसीकेंट इनवर्स की, और टैन इनवर्स की कॉट इनवर्स सब कुछ अलाउड है राइट। तो ये याद रखियो, जिदा हम मतलब क्वेश्चन एक दो ये रिलेटेड दसदा, मैं कहा कि फाइंड द डोमेन ऑफ साइन इनवर्स लेट्स से 5 - x by 4, ठीक है, प्लस लेट्स से √ ऑफ x - 2, ठीक है, यदि डोमेन कढ़ते हैं राइट। तो हुण साइन इनवर्स के अंदर जिहड़ा आर्गूमेंट है तो दैट शुड बी लाइंग बिटवीन 1 एंड -1। ठीक है, ये इहदे वास्ते हो गया, तो इन्हू तसली हो गई। इहदे लई की है कि आ जिहड़ा नंबर है x - 2 शुड बी ग्रेटर दैन इक्वल टू 0। ठीक है, सो इन्हां दोनों का कॉमन ले लांगे, पहले का आ गया। हाँ जी, 4 नाल मल्टीप्लाई कर दो, -4 5 - x 4, ठीक है, 5 तीनों पासों माइनस कर दो, -9 -x एंड -1 राइट। एक्स लिए सॉल्व कर रहे हैं तो माइनस ना मल्टीप्लाई कर दो, तो साइन हो गया चेंज बेटे। ठीक है, एदा सोल्यूशन आ गया। हुण की करना, इन्हां दोनों का आपां लैना है कॉमन। ठीक है, डोमेन कढ़नी, तो देयरफॉर आ हो गया 1 तो लैके 9 तक है ना, x 1 तो वड्डा है तो 9 तो छोटा है, बराबर भी हो सकता है।
ਇਹਦਾ ਆਨਸਰ ਕੀ ਹੈ ਪੁੱਤਰ? ਇਹਦੀ ਡੋਮੇਨ ਕੀ x 2 ਜਾਂ 2 ਤੋਂ ਵੱਡਾ, ਇੱਥੇ 2 ਇਹਨਾਂ ਦੇ ਵਿੱਚ ਜਾਂ 2 ਤੋਂ ਵੱਡਾ, ਠੀਕ ਹੈ। ਤੋ ਇਹਦੀ ਡੋਮੇਨ ਕੀ ਆ ਗਈ ਪੁੱਤਰ? 2 ਤੋਂ ਲੈ ਕੇ 9 ਤੱਕ, ਕਾਮਨ ਮਤਲਬ ਡੋਮੇਨ ਕਾਮਨ ਦੋਨਾਂ ਦਾ ਆ ਗਿਆ, x ਬਿਲੋਂਗ ਟੂ 2 to 9, ਠੀਕ ਹੈ। ਸੋ ਆ ਇਸ ਫੰਕਸ਼ਨ ਦੀ ਡੋਮੇਨ ਆ ਗਈ। ਸੋ ਕਿਤੇ ਸਾਈਨ ਵਰਸ ਹੋਵੇ, ਕੋਸ ਇਨਵਰਸ, ਇਹਨਾਂ 'ਚੋਂ ਕੁਛ ਹੋਵੇ, ਦੈਨ ਯੂ ਸ਼ੁਡ ਬੀ able to apply that, because ultimately ਤੇ ਡੋਮੇਨ ਦੇ ਸਵਾਲਾਂ 'ਚ ਆਪਾਂ ਇਨਇਕੁਐਲਿਟੀਆਂ ਸੋਲਵ ਕਰਨੀਆਂ ਹੋਣੀਆਂ, ਠੀਕ ਹੈ। ਤੋ ਇਹ ਸਟੈਂਡਰਡ ਫੰਕਸ਼ਨ ਹੈ, ਇਹਨਾਂ ਦੀ ਡੋਮੇਨ ਗ੍ਰਾਫ ਤੁਹਾਨੂੰ ਪੁੱਤਰ ਯਾਦ ਹੋਣਾ ਨਾ, ਠੀਕ ਹੈ। ਬਾਕੀ ਫਿਰ ਨੈਕਸਟ ਕਲਾਸ ਕਰਦੇ ਹਾਂ।